जैपी मैं राम छाल तुहाडे लिए लैके आया पक्ष के मसले हर वीरवार 7 ਤੋਂ 8। अज भी बहुत सारिया गल्लां बहुत सारे विचार तुहाडे नाल होणगे। पिछली बार लूटन तो कोई साथी साडे नाल गल करना चाहुंदे सी पर किसी कारण प्रोग्राम के टाइमिंग के कारण असी उन्हां नाल गल नहीं कर सके। अगर वो अज प्रोग्राम देखते हैं तो उन्होंने पहल दी जाएगी, वो अपना फोन भी साडे नाल कर सकते हैं। पहले तो दर्शकों बहुत सारिया समस्यावां जिहड़ियां उवें दियां उवें ने किसानी दी और किसानी दे मुद्दे ते गल करदियां करदियां सानू किते किते मनुस्मृति भी याद आउण लग पई आ, क्योंकि भगवत ने हुण पिछे जे ये गल कही आ कि हिंदू जिहड़े आ उस जिहड़ा भी भारत दे विच रह रहा आ वो सारा हिंदू आ। सो इस बारे भी इस बहुत सारिया गल्लां करनियां भी भारत दे विच सिर्फ हिंदू थोड़ी रह रहे आ, उत्थे तां हर 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 धर्म के लोग जिहड़े रह रहे आ, कल्ला हिंदू नहीं रह रहा। उस तो बिना शब्दां दा जाल जिहड़ा शब्दां दा हेर फेर बनया होया उन्हां बारे भी असी एक एक हर बारी तुहाडे नाल गल करिया करांगे। सब तो पहला कुलवंत जी दे नाल। कुलवंत जी जय गुरुदेव जय भीम। जय गुरुदेव जी जय भीम जी। सारे साथियों को जिन्ने भी सारे कांची टीवी देख रहे हैं इस टाइम सारे जय गुरुदेव जी। कुलवंत जी किसानी बारे की अपडेट है जिहड़े तुहानूं लग रहे आ उहदे आपां 5-7 मिनट च उहदी गल करनी आ। हाँ जी किसानी दी जी अज ਚੱਕਾ ਜਾਮ ਦੀ ਜਿਹੜੀ ਕੋਲ ਦਿੱਤੀ ਸੀ ਕਿ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੇ ਪੂਰੇ ਭਾਰਤ ਦੇ ਵਿੱਚ ਜੀ ਉਹ ਬਹੁਤ ਸਕਸੈਸਫੁਲ ਰਿਹਾ ਜੀ। ਪੂਰੇ ਭਾਰਤ ਦੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਸਾਰੇ ਲੋਕ ਜਿਹੜੇ ਤਕਰੀਬਨ ਪਿੰਡਾਂ ਚੋਂ ਸ਼ਹਿਰਾਂ ਚੋਂ ਇਕੱਠੇ ਹੋ ਕੇ ਤਾਂ ਉਹ ਰੋਡਾਂ ਦੇ ਉੱਤੇ ਆ ਕੇ ਉਹਨਾਂ ਨੇ ਸਾਰਾ ਇਹ ਜਿਹੜਾ ਆ ਬਹੁਤ ਵੱਡੇ ਪੱਧਰ ਤੇ ਅੱਜ ਚੱਕਾ ਜਾਮ ਪ੍ਰਦਰਸ਼ਨ ਹੈ ਜਿਹੜਾ ਉਹ ਰੋਸ ਮਾਰਚ ਵੱਲੋਂ ਇਹ ਜਿਹੜਾ ਸੜਕਾਂ ਤੇ ਕੀਤਾ ਗੌਰਮੈਂਟ ਦੇ ਅਗੇਂਸਟ ਬਹੁਤ ਜ਼ਿਆਦਾ ਸਕਸੈਸਫੁਲ ਸੀ। ਬਹੁਤ ਸਾਰੇ ਵਿਚਾਰ ਵਟਾਂਦਰੇ ਜਿਹੜੇ ਆ ਉਹਨਾਂ ਨੇ ਜਥੇਬੰਦੀਆਂ ਨੇ ਸਟੇਜਾਂ ਤੋਂ ਇਹ ਆਪੋ ਆਪਣੀਆਂ ਵੱਖ-ਵੱਖ ਉਹਨਾਂ ਤੋਂ ਕੀਤੇ ਆ। ਲੋਕਾਂ ਦੇ ਨਾਲ ਵੀ ਲੋਕਾਂ ਨਾਲ ਜਿਹੜਾ ਇਹ ਧੱਕਾ ਆ ਇਹ ਕਿੱਦਾਂ ਹੋ ਰਿਹਾ ਆ, ਉਹ ਕੀ ਹੈ ਜਿਹੜੇ ਬੀਜੇਪੀ ਗੌਰਮੈਂਟ ਆ ਉਹ ਕਿੱਦਾਂ ਦੀਆਂ ਰਣਨੀਤੀਆਂ ਬਣਾ ਰਹੀ ਆ। ਸੋ ਉਹਦੇ 'ਤੇ ਸੀਗਾ ਅੱਜ ਬਹੁਤ ਸੋਹਣਾ ਸੀ, ਇਹ ਸਕਸੈਸਫੁਲ ਹੋਇਆ, ਬਹੁਤ ਵਧੀਆ ਸੀਗਾ। ਬਹੁਤ ਸਾਰੇ ਲੋਕ ਜਿਹੜੇ ਇਕੱਠੇ ਹੋਏ ਉਹਨਾਂ ਦੇ ਵਿੱਚ ਜੀ। ਕਿਵੇਂ ਲੱਗ ਰਿਹਾ ਅੱਗੇ ਨਾਲੋਂ ਕੋਈ ਫਰਕ ਹੈ? ਨਹੀਂ ਦੇਖੋ ਫਰਕ ਨਹੀਂ ਹੈਗਾ। ਜਿੱਦਾਂ ਹੁਣ ਅੱਜ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਰੇਲ ਮੰਤਰੀ ਸੈਂਟਰ ਗੌਰਮੈਂਟ ਦੇ ਵਿੱਚ ਜਦ ਕਿ ਪੰਜਾਬ ਦੇ ਵਿੱਚ ਪੰਜਾਬ ਗੌਰਮੈਂਟ ਨੇ ਵੀ ਅਤੇ ਹੋਰਾਂ ਸਟੇਟਾਂ ਦੇ ਵਿੱਚ ਵੀ ਇੱਦਾਂ ਹੀ, ਤਾਂ ਪੰਜਾਬ ਦੀ ਜਿਹੜੀ ਗੌਰਮੈਂਟ ਆ ਉਹਨਾਂ ਨੇ ਕਿਹਾ ਸੀ ਵੀ ਜਿੱਦਾਂ ਹਾਂ ਜਿਹੜੀ ਕੋਲਾ ਖਤਮ ਹੋ ਰਿਹਾ ਹੋਰ ਇੱਦਾਂ ਦੀਆਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਜ਼ਰੂਰਤਾਂ ਆ ਢੋਆਈ ਦਾ ਜਿਹੜੀਆਂ ਨਾ ਇਹ ਟ੍ਰੇਨ ਦੇ ਰਾਹੀਂ ਆਉਂਦੀਆਂ ਜਾਂ ਇੱਧਰੋਂ ਜਾਂਦੀਆਂ ਪੰਜਾਬ ਤੋਂ ਜਾਂ ਹੋਰ ਪੰਜਾਬ ਤੋਂ ਅੱਗੇ ਕਸ਼ਮੀਰ ਵੱਲ ਜਾਂਦੀਆਂ ਜੀ। ਸੋ ਉਹਦੇ 'ਤੇ ਵੀ ਇਹਨਾਂ ਨੂੰ ਵੀ ਕਿਹਾ ਸੀਗਾ ਵੀ ਜਿਹੜੀਆਂ ਰੇਲ ਟਰੈਕਸ ਹੈਗੇ ਆ ਉਹ ਖਾਲੀ ਕਰ ਦਿਓ, ਪਰ ਉਹ ਜਿਹੜੇ ਜਥੇਬੰਦੀਆਂ ਨੇ ਉਹ ਸਾਰੇ ਖਾਲੀ ਕਰ ਦਿੱਤੇ ਸੀਗੇ ਬਿਲਕੁਲ। ਪਰ ਉਹਦੇ 'ਤੇ ਹੁਣ ਉਹ ਫੇਰ ਵਿੰਗੇ ਟੇਢੇ ਹੋ ਗਏ ਆ। ਸੈਂਟਰ ਗੌਰਮੈਂਟ ਵੀ ਉਹਨਾਂ ਨੇ ਕਿਹਾ ਕਿ ਨਹੀਂ ਜੀ ਨਹੀਂ ਅਸੀਂ ਇਹ ਨਹੀਂ ਚਲਾਉਣੀਆਂ ਉਦੋਂ ਤੱਕ ਜਦੋਂ ਤੱਕ ਤੁਸੀਂ ਇਹ ਆਪਣੇ ਧਰਨੇ ਪ੍ਰਦਰਸ਼ਨ ਬੰਦ ਨਹੀਂ ਕਰਦੇ। ਬਿਲਕੁਲ। ਹੁਣ ਉਹ ਜਿੱਦਾਂ ਉਹ ਧੱਕਾ ਕਰਨ 'ਤੇ ਉਹ ਮਜਬੂਰ ਹੀ ਹੋ ਗਏ ਆ, ਮਤਲਬ ਧੱਕਾ ਕਰ ਰਹੇ ਆ ਉਹ ਕਿਸਾਨਾਂ ਦੇ ਨਾਲ। ਅਤੇ ਹੁਣ ਦੇਖਦੇ ਆ ਕਿਸਾਨ ਫਿਰ ਹੁਣ ਨੈਕਸਟ ਜਿਹੜੀ ਰਣਨੀਤੀ ਆ ਉਹ ਤੁਹਾਨੂੰ ਪਤਾ ਹੀ ਆ। ਹੁਣ ਇੱਕ ਚੀਜ਼ ਹੋਰ ਵੀ ਇਹਦੇ ਨਾਲ ਦੇਖੋ ਜੁੜੀ ਆ, ਜਿਹੜਾ ਪੰਜਾਬ ਦੇ ਵਿੱਚ ਦੀ ਹੋਰਾਂ ਸਟੇਟਾਂ ਤੋਂ ਜਿੰਨੀ ਵੀ ਟਰਾਂਸਪੋਰਟਿੰਗ ਹੁੰਦੀ ਆ ਸਮਾਨ ਜਿਹੜਾ ਆਉਂਦਾ ਜਾਂਦਾ, ਜਿਵੇਂ ਕਸ਼ਮੀਰ ਤੋਂ ਦਿੱਲੀ ਵਾਲੇ ਪਾਸੇ ਜਾਣਾ ਜਾਂ ਦਿੱਲੀ ਤੋਂ ਕਸ਼ਮੀਰ ਵਾਲੇ ਪਾਸੇ ਜਾਣਾ ਆ ਜੀ, ਵੀ ਉਹ ਪੰਜਾਬ ਦੇ ਵਿੱਚ ਦੀ ਹੋ ਕੇ ਲੰਘਣਾ ਆ। ਅੱਜ ਇਹ ਸੁਣਨ ਨੂੰ ਆਇਆ ਵੀ ਬਹੁਤ ਵੱਡੇ ਪੱਧਰ 'ਤੇ ਇਹਨਾਂ ਨੇ ਜਿਹੜੇ ਟਰੱਕਾਂ ਵਾਲੇ ਆ ਜਿੰਨੀਆਂ ਟਰਾਂਸਪੋਰਟਾਂ ਆ ਉਹਨਾਂ ਦੇ ਜਿਹੜੇ ਆ ਚਲਾਨ ਕੀਤੇ ਆ ਜੀ। ਜਾਣੀ RTO ਜਾਂ DTO ਜਿਹੜਾ ਹੈਗਾ ਆ ਉਹਨਾਂ ਨੇ ਚਲਾਨ ਕੀਤੇ ਆ। ਜਾਣੀ ਉਹਨਾਂ ਦਾ ਫਾਈਨ ਹੈ ਜਿਹੜਾ ਉਹ ਬਹੁਤ ਵੱਡਾ ਪਾਇਆ ਆ, ਮਤਲਬ 40-40 ਹਜ਼ਾਰ ਤੱਕ ਉਹਨਾਂ ਨੂੰ ਫਾਈਨ ਕੀਤੇ ਆ ਓਵਰਲੋਡਿੰਗ ਦੇ ਜਾਂ ਉਹਦੇ ਨਾਲ ਜਿਹੜੇ ਮੁਤਲਕ ਹੋਰ ਜਿਹੜੀਆਂ ਵੀ ਚੀਜ਼ਾਂ ਕਿ ਬੈਲਟੀ ਤੁਹਾਡੀ ਕੁਛ ਹੋਰ ਆ ਕਹਿੰਦੀ ਅਤੇ ਸਮਾਨ ਤੁਸੀਂ ਕੋਈ ਹੋਰ ਲੱਦਿਆ। ਬਸ ਜਿੱਦਾਂ ਉਹਨਾਂ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਪੁਲਿਸ ਦਾ ਕੀ ਹੁੰਦਾ ਨਾ ਧੱਕਾ ਹੁੰਦਾ ਹੈ। ਅਤੇ ਉਹ ਹੁਣ ਚਲਾਨ ਵੀ ਨਹੀਂ ਭਰ ਸਕਦੇ ਐਡਾ ਜਿਹੜਾ 40-40 ਹਜ਼ਾਰ ਦਾ ਚਲਾਨ ਆ ਉਹ ਕਿੱਥੋਂ ਉਹ ਭਰਨਗੇ। ਉਹ ਗਰੀਬ ਤਾਂ ਅੱਗੇ ਹੀ ਕਰੋਨਾ ਦੇ ਕਰਕੇ ਦੇਖੋ ਮਾਰਿਆ ਪਿਆ ਆ ਜੀ, ਹੈ ਨਾ। ਸੋ ਆਹ ਸੀਗੀ ਅਪਡੇਟ ਜਿਹੜੀ ਆ। ਬਿਲਕੁਲ ਪਿਆਰੇ ਦਰਸ਼ਕੋ, ਕਰੋਨਾ ਦੀ ਗੱਲ ਹੋਈ ਆ, ਗੱਲ ਕਰਦੇ ਜਾਈਏ ਕਿ ਇੰਗਲੈਂਡ ਦੇ ਵਿੱਚ ਦੁਬਾਰਾ ਲੋਕਡਾਊਨ ਹੋ ਗਿਆ ਔਰ ਤੁਸੀਂ ਹਰ ਵੇਲੇ ਆਪਣੀ ਸਿਹਤ ਦਾ ਡਿਸਟੈਂਸ ਦਾ ਖਿਆਲ ਰੱਖਣਾ ਹੈਗਾ। ਜੋ ਵੀ ਸਰਕਾਰ ਦੀਆਂ ਨੀਤੀਆਂ ਹੈਗੀਆਂ ਉਸ ਅਨੁਸਾਰ ਜੀਵਨ ਬਸਰ ਕਰਨਾ ਹੈ।
ਧੱਕੇ ਦੀ ਗੱਲ ਚੱਲੀ ਆ, ਮਹਿਸੂਸ ਕੀਤਾ ਜਾ ਰਿਹਾ ਜਾਂ ਉੱਥੇ ਦੇ ਰਹਿ ਰਹੇ ਲੋਕ ਮਹਿਸੂਸ ਕਰਦੇ ਨੇ ਜੰਮੂ ਕਸ਼ਮੀਰ ਦੇ ਵੀ ਉਹਨਾਂ ਦੇ ਨਾਲ ਵੀ ਸਰਕਾਰ ਨੇ ਧੱਕਾ ਕੀਤਾ। ਪੰਜਾਬ ਦੇ ਲੋਕ ਵੀ ਸਮਝਦੇ ਨੇ ਸਾਡੇ ਨਾਲ ਧੱਕਾ ਹੋ ਰਿਹਾ ਜਦ ਤੋਂ ਮੋਦੀ ਸਰਕਾਰ ਆਈ ਆ। ਔਰ ਧਿਆਨ ਦੇ ਨਾਲ ਦੇਖਿਆ ਜਾਏ ਤਾਂ ਬਹੁਤ ਸਾਰੇ ਜਿਹੜੇ ਦਲਿਤ ਸਮਾਜ ਦੇ ਵਜ਼ੀਫੇ ਸੀ ਉਹ ਵੀ ਉਹਨਾਂ ਤੱਕ ਉਪਲਬਧ ਨਹੀਂ ਹੋਏ, ਮਿਲੇ ਨਹੀਂ ਜਾਂ ਮੰਤਰੀਆਂ ਨੇ ਖਾ ਲਏ। ਹੌਲੀ ਹੌਲੀ ਜਿਹੜਾ ਧੱਕੇ ਨਾਂ ਦੀ ਚੀਜ਼ ਆ ਇੱਕ ਉਹ ਦੁਬਾਰਾ ਫਿਰ ਉਹਨੂੰ ਕਰਨ ਦੀ ਲੋੜ ਹੈਗੀ ਆ ਕਿ ਜਿਹੜੀ ਗੁਜਰਾਤ ਦੇ ਵਿੱਚ ਮੋਦੀ 4 ਜਾਂ 5 ਵਾਰੀ ਮੁੱਖ ਮੰਤਰੀ ਰਿਹਾ ਹੈ, ਜਦੋਂ ਮੁਸਲਮਾਨਾਂ 'ਤੇ ਅਤਿਆਚਾਰ ਹੋਇਆ ਔਰ ਉਹਨਾਂ ਦੇ ਬੱਚੇ ਢਿੱਡੋਂ ਕੱਢ ਕੇ ਪੈਦਾ ਹੋਣ ਵਾਲੇ ਬੱਚੇ ਜਿਹੜੇ ਔਰਤਾਂ ਦੇ ਢਿੱਡ 'ਚੋਂ ਕੱਢ ਕੇ ਮਾਰੇ ਗਏ ਆ, ਲੇਕਿਨ ਉਹ ਮੋਦੀ ਦਾ ਸੀਨਾ ਕੰਬਿਆ ਨਹੀਂ, ਉਹਦਾ ਦਿਲ ਨਹੀਂ ਕੰਬਿਆ, ਉਹਦੇ ਹਾਲਾਤ ਜਿਹੜੇ ਉਹਦੇ ਹੌਸਲੇ ਜਿਹੜੇ ਆ ਉਹ ਹੋਰ ਵਧੇ ਆ। ਸੋ ਮੈਨੂੰ ਲੱਗਦਾ ਕਿ ਉਹਨੂੰ ਇਹ ਆਦਤ ਪੈ ਚੁੱਕੀ ਆ ਜਿਹੜੀ ਗੁਜਰਾਤ ਤੋਂ ਸ਼ੁਰੂ ਹੋਈ ਆ। ਸੋ ਹੌਲੀ ਹੌਲੀ ਜਿਹੜੀਆਂ ਇਹ ਸਮੱਸਿਆਵਾਂ ਧੱਕੇ ਤੋਂ ਇੰਜ ਜਾਪਦਾ ਬਹੁਤ ਸਾਰੇ ਵਿਦਵਾਨਾਂ ਦੇ ਇਹ ਫੇਸਬੁੱਕ 'ਤੇ ਸੋਸ਼ਲ ਮੀਡੀਆ 'ਤੇ ਤੁਸੀਂ ਦੇਖੋ ਜੋ ਸਾਡੇ ਪਹਿਲਾਂ ਸਮਿਆਂ ਦੇ ਉੱਤੇ ਕਿਤਾਬ ਥੋਪੀ ਗਈ ਜਿਹਨੂੰ ਕਾਲੀ ਕਿਤਾਬ ਕਹੀਏ ਮਨੂ ਸਮ੍ਰਿਤੀ, ਉਸ ਦੀ ਵੀ ਝਲਕ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਭਗਵੰਤ ਜੀ ਤੁਹਾਡਾ ਕੀ ਵਿਚਾਰ ਆ ਜਿਹੜੀ ਕਾਲੀ ਕਿਤਾਬ ਆ ਮਨੂ ਸਮ੍ਰਿਤੀ ਜਿਹਦੇ ਬਾਰੇ ਬਹੁਤ ਕੁਝ ਲਿਖਿਆ ਗਿਆ? ਮੈਂ ਪਹਿਲਾਂ ਭਗਵੰਤ ਜੀ ਨੂੰ ਕੁਲਵੰਤ ਜੀ ਨੂੰ ਪੁੱਛਾਂਗਾ ਕਿ ਤੁਹਾਡੇ ਕੋਲ ਕਿੰਨੀ ਕੁ ਜਾਣਕਾਰੀ ਆ ਮਨੂ ਸਮ੍ਰਿਤੀ ਦੀ? ਹਾਂਜੀ ਚਾਹਲ ਜੀ, ਮਨੂ ਸਮ੍ਰਿਤੀ ਹੈ ਜਿਹੜੀ ਇਹ ਜਿਵੇਂ ਆਪਾਂ ਇਹਦੇ ਨਾਲ ਰਿਲੇਟਡ ਕਾਫੀ ਸਾਰੀਆਂ ਗੱਲਾਂ ਕਰਨੀਆਂ ਅੱਜ। ਪਹਿਲਾਂ ਤੁਸੀਂ ਲਾਸਟ ਟਾਈਮ ਦੱਸਿਆ ਸੀ ਜੀ, ਇਹ ਬਹੁਤ ਹੀ ਕਾਲਾ ਕਾਨੂੰਨ ਆ ਇਹ ਜਿਹੜਾ ਕਿ ਮਨੂ ਦੇ ਦੁਆਰਾ ਇਹ ਲਿਖਿਆ ਗਿਆ, ਇਹਨਾਂ ਦਾ ਗ੍ਰੰਥ ਆ ਜੀ। ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਇਹ 25 ਦਸੰਬਰ 1927 ਨੂੰ ਜੀ ਇਹਨੂੰ ਮਤਲਬ ਜਲਾਇਆ ਸੀ। ਬਿਲਕੁਲ ਹੈ ਨਾ। ਅਤੇ ਉਸ ਟਾਈਮ ਉਹਨਾਂ ਨੇ ਇਹ ਸਮਝਿਆ ਸੀ ਕਿ ਇਹ ਮਨੁੱਖਤਾ ਦੇ ਜੀਣ ਦਾ ਇਹ ਅਧਿਕਾਰ ਨਹੀਂ ਦਿੰਦਾ, ਮਨੁੱਖਤਾ ਨੂੰ ਬਰਾਬਰਤਾ ਇਹ ਹੱਕ ਤੇ ਨਹੀਂ ਦਿੰਦਾ ਹੈਗਾ। ਇਹ ਜਿਹੜਾ ਕਾਲਾ ਕਾਨੂੰਨ ਆ ਵੀ ਇਹਦੀ ਜ਼ਰੂਰਤ ਨਹੀਂ ਹੈਗੀ ਮਨੁੱਖਤਾ ਨੂੰ ਜੀ, ਉਹਨਾਂ ਨੇ ਇਹ ਜਲਾ ਦਿੱਤਾ ਸੀਗਾ ਜੀ, ਹੈ ਨਾ। ਅਤੇ ਫਿਰ ਜਿਹੜਾ ਇਹ ਗ੍ਰੰਥ ਆ ਜਿਹੜੀ ਇੱਥੋਂ ਤੱਕ ਵੀ ਕਿਹਾ ਵੀ ਇਹ ਮੂਰਖਾਂ ਦਾ ਗ੍ਰੰਥ ਆ ਜੀ। ਅਤੇ ਇਹ ਬਹੁਤ ਘਿਨਾਉਣੀ ਹਰਕਤ ਦੇ ਨਾਲ ਜਿਹੜਾ ਇਹ ਮਨੂ ਸਮ੍ਰਿਤੀ ਆ ਜਿਹੜੀ ਉਹ ਅੱਜ ਲਾਗੂ ਕਰਨ ਨੂੰ ਫਿਰਦੇ ਆ। ਕਿਉਂਕਿ ਦੇਖੋ ਬਾਬਾ ਸਾਹਿਬ ਨੇ ਬਹੁਤ ਮੁਸ਼ੱਕਤਾਂ ਘਾਲ ਕੇ ਇਸ ਚੀਜ਼ ਨੂੰ ਜਿਹੜਾ ਇੰਡੀਆ ਦਾ ਕੌਨਸਟੀਟਿਊਸ਼ਨ ਆ, ਜਿਹੜਾ ਇੰਡੀਆ ਦਾ ਸੰਵਿਧਾਨ ਲਿਖਿਆ ਆ, ਬਿਲਕੁਲ ਬਹੁਤ ਵੱਡੀ ਗੱਲ ਆ। ਦੇਖੋ ਉਸ ਟਾਈਮ ਦੇ ਵਿੱਚ ਉਹਨਾਂ ਦੇ ਕੋਲ ਤਕਰੀਬਨ 32 ਡਿਗਰੀਆਂ ਜਿਹੜੀਆਂ ਉਹ ਮੰਨੀਆਂ ਜਾਂਦੀਆਂ ਜੀ, ਜਿਹੜੇ ਕਿ ਬਹੁਤ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਸੀ, ਤਾਂ ਕਿ ਉਹਨਾਂ ਨੇ ਇਹਦੀ ਜਿਹੜੀ ਸਿਰਜਣਾ ਕੀਤੀ ਹੈ ਨਾ। ਬਿਲਕੁਲ। ਅਤੇ ਜਿਹੜਾ ਸੰਵਿਧਾਨ ਆ, ਸੰਵਿਧਾਨ ਸਾਨੂੰ ਰਾਈਟ ਦਿੰਦਾ ਚੰਗੀ ਜ਼ਿੰਦਗੀ ਜਿਉਣ ਦਾ, ਇਕੁਐਲਿਟੀ, ਬਰਾਬਰਤਾ ਦੇ ਨਾਲ ਪੜ੍ਹਨਾ ਲਿਖਣਾ, ਰਹਿਣਾ ਸਹਿਣਾ, ਖਾਣਾ ਪੀਣਾ, ਇਹ ਸਾਰੀਆਂ ਜਿਹੜੀਆਂ ਇਕੁਐਲਿਟੀਜ਼ ਹੈਗੀਆਂ ਸਾਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਇਹ ਜਿਹੜੀਆਂ ਦਿੱਤੀਆਂ। ਅਤੇ ਇਹਨੂੰ ਇਹ ਸਾਡੇ ਤੋਂ ਖੋਹਣਾ ਚਾਹੁੰਦੇ ਆ ਵੀ ਇਹ ਕਿਤੇ ਜਿਹੜੀਆਂ ਇੱਦਾਂ ਸਾਨੂੰ ਮਿਲੇ ਆ, ਸਾਨੂੰ ਅਧਿਕਾਰ ਦਿੱਤੇ ਆ ਲੈ ਕੇ, ਇਹ ਬਹੁਤ ਵੱਡੀਆਂ ਘਾਲਣਾ ਕਰਕੇ ਉਹਨਾਂ ਨੇ ਤਾਂ ਆਪਣਾ ਪਰਿਵਾਰ ਵਾਰ ਦਿੱਤਾ ਜੀ। ਦੇਖ ਲਓ ਵੀ ਜਦੋਂ ਹੈ ਨਾ, ਸੋ ਪਰਿਵਾਰ ਉਹਨਾਂ ਦਾ ਤਕਰੀਬਨ ਜਿਹੜਾ ਜਦੋਂ ਉਹਨਾਂ ਦੀ ਲਾਸਟ ਉਹ ਮੀਟਿੰਗ ਸੀਗੀ ਤਾਂ ਉਹਦੇ ਵਿੱਚ ਦੇਖਿਆ ਰਾਊਂਡ ਟੇਬਲ, ਹਾਂ, ਅਤੇ ਉਹਦੇ ਵਿੱਚ ਦੇਖੋ ਉਹਨਾਂ ਦਾ ਬੇਟਾ ਜਿਹੜਾ ਆ ਉਹ ਹੈ ਨਾ, ਬਿਲਕੁਲ ਬੇਟਾ ਉਹਨਾਂ ਦਾ ਬਹੁਤ ਬਿਮਾਰ ਸੀ ਤਾਂ ਉਹਨਾਂ ਨੂੰ ਛੱਡ ਕੇ ਜਾਣਾ ਪਿਆ, ਵੀ ਜਿੱਥੋਂ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹ ਲੋਕ ਮੇਰੇ ਜਿਹੜੇ ਆ ਜੇ ਮੈਂ ਅੱਜ ਨਾ ਗਿਆ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਤੋਂ ਵਾਂਝੇ ਰਹਿ ਜਾਣਗੇ, ਹੈ ਨਾ। ਜੇਕਰ ਭਗਵੰਤ ਜੀ ਮੈਂ ਜੋ ਪੁੱਛਣਾ ਚਾਹੁੰਦਾ ਜਾਂ ਮੈਨੂੰ ਮਹਿਸੂਸ ਹੋ ਰਿਹਾ ਕਿ ਪੁਸ਼ਵਾਮਿੱਤਰ ਨੇ ਇਹ ਆਪਣੇ ਮਨੂ ਚੇਲੇ ਕੋਲੋਂ ਜਾਂ ਉਸ ਵੇਲੇ ਮਨੂ ਰਿਸ਼ੀ ਕੋਲੋਂ ਇਹ ਲਿਖਵਾਈ ਹੈ ਬੁੱਕ ਮਨੂ ਸਮ੍ਰਿਤੀ, ਉਹਦੇ ਨਾਂ ਤੋਂ ਵੀ ਸ਼ੋਅ ਹੁੰਦਾ। ਉਸ ਤੋਂ ਪਹਿਲਾਂ ਜਦੋਂ ਪੁਸ਼ਵਾਮਿੱਤਰਾਂ ਨੇ ਜਿਹੜੇ ਉੱਥੇ ਦੇ ਵਸਿੰਦਿਆਂ ਨੂੰ ਮਾਰਿਆ, ਉਹ ਤਕਰੀਬਨ ਜੇ ਸ਼੍ਰੀਲੰਕਾ ਵੀ ਉਸ ਵੇਲੇ ਵਿੱਚ ਸੀ, ਅਫਗਾਨਿਸਤਾਨ ਵੀ ਵਿੱਚ ਸੀ, ਪਾਕਿਸਤਾਨ ਵੀ ਵਿੱਚ ਸੀ, ਪੂਰਾ ਭਾਰਤ ਦਾ ਅੱਜ ਦਾ ਦੇਖ ਲਏ ਜੰਮੂ ਕਸ਼ਮੀਰ ਵਿੱਚ ਸੀ। ਉਸ ਵੇਲੇ ਦਾ ਭਾਰਤ ਜਿਹਨੂੰ ਸਪਤ ਸਿੰਧੂ ਵੀ ਕਿਹਾ ਜਾਂਦਾ, ਉਸ ਵੇਲੇ ਦਾ ਭਾਰਤ ਜਿਹਨੂੰ ਪੂਰਾ ਬੁੱਧਿਸਟ ਸੀ 100%,
ਬਿਲਕੁਲ ਤੁਹਾਡੀ ਗੱਲ 100% ਬੁੱਧਿਸਟ ਹੋਣ ਤੋਂ ਬਾਅਦ ਜਦੋਂ ਇਹ ਆਰੀਅਨ ਲੋਕ ਆਏ ਆ, ਇਹਨਾਂ ਨੇ ਉੱਥੇ ਦੇ ਲੋਕਾਂ ਨੂੰ ਮਾਰਿਆ, ਵਿਸ਼ਵਾਮਿੱਤਰ ਨੇ ਧੋਖੇ ਨਾਲ ਮਾਰਿਆ। ਉਸ ਤੋਂ ਬਾਅਦ ਇਹ ਬੁੱਕ ਲਿਖਾਈ ਗਈ, ਉਹਨਾਂ ਤੇ ਇੱਕ ਕਾਲਾ ਕਾਨੂੰਨ ਜਿਹੜੇ ਉੱਥੇ ਦੇ ਅਸਲੀ ਲੋਕ ਆ ਰਹਿਣ ਵਾਲੇ, ਉਹਨਾਂ ਦੇ ਉੱਤੇ ਥੋਪਿਆ ਗਿਆ। ਉਹਦੇ ਬਾਰੇ ਮੈਂ ਗੱਲ ਕਰਨਾ ਚਾਹਾਂਗਾ ਕਿ ਜੀ ਹੈਲੋ, ਜੈ ਗੁਰਦੇਵ, ਜੈ ਭੀਮ ਜੀ। ਜੈ ਗੁਰਦੇਵ ਜੀ, ਜੈ ਭੀਮ ਜੀ। ਅੱਜ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ। ਸਮੇਂ ਦੀ ਸਿਆਸਤ ਤੇ ਚਰਚਾ ਹੋ ਰਹੀ ਹੈ, ਮਨੁ ਸੰਗਤ ਦੀ ਚਰਚਾ ਹੋ ਰਹੀ ਹੈ ਜੀ। ਤੁਸੀਂ ਕੈਨੇਡਾ ਤੋਂ ਬੋਲਦੇ ਹੈ ਕਿ ਭਾਰਤ ਦੇ ਵਿੱਚ ਜਦ ਦੇਸ਼ ਹੋਇਆ ਤਾਂ ਬਾਬਾ ਸਾਹਿਬ ਨੇ ਉਸ ਵੇਲੇ ਇਹ ਗੱਲ ਕਹੀ ਸੀਗੀ ਕਿ ਭਾਰਤ ਨੂੰ ਆਜ਼ਾਦ ਕਰਨ ਤੋਂ ਪਹਿਲਾਂ ਮੈਨੂੰ ਹਿੰਦੂਆਂ ਤੋਂ ਆਜ਼ਾਦ ਕਰਾਓ। ਜੀ, ਬਿਲਕੁਲ ਬਿਲਕੁਲ। ਉਹਨਾਂ ਦਾ ਮਕਸਦ ਇਹੀ ਸੀਗਾ ਵੀ ਕੱਲ ਨੂੰ ਹਿੰਦੂ ਰਾਜ ਕਰਨਗੇ ਤਾਂ ਮੇਰੇ ਸਮਾਜ ਦਾ ਕੀ ਬਣੇਗਾ। ਬਿਲਕੁਲ ਹੋਇਆ ਉਹੀ ਕੁਛ ਜੋ ਹਿੰਦੂ ਚਾਹੁੰਦੇ ਸੀ। ਬਿਲਕੁਲ। ਜਿਹੜਾ ਬਾਬਾ ਸਾਹਿਬ ਦਾ ਤੌਖਲਾ ਸੀ ਇਹ ਦੇਸ਼ ਆਜ਼ਾਦ ਹੋਣ ਤੋਂ ਬਾਅਦ ਮੇਰੇ ਲੋਕ ਹਿੰਦੂਆਂ ਦੇ ਗੁਲਾਮ ਨਾ ਰਹਿਣ, ਹੋਇਆ ਉਹੀ ਕੁਛ। ਬਿਲਕੁਲ। ਕਿਉਂਕਿ ਜਿਹੜਾ ਬਾਬਾ ਸਾਹਿਬ ਨੇ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਉਹ ਜਿਹੜਾ ਅਧਿਕਾਰ ਜਿੱਤਿਆ ਸੀ ਉਹ ਗਾਂਧੀ ਨੇ ਖੋਲਿਆ। ਬਿਲਕੁਲ ਜੀ। ਅਸਲੀ ਮੁੜ ਕੇ ਉਸਨੇ ਮਨੁ ਸਮ੍ਰਿਤੀ ਦਾ ਜਿਹੜਾ ਆਧਾਰ ਸੀ ਮਨ ਦੇ ਵਿੱਚ ਹਿੰਦੂਆਂ ਨੇ ਰੱਖਿਆ ਕਿ ਤੁਸੀਂ ਅਸ਼ੁੱਧਤਾ ਨੂੰ ਸ਼ੁੱਧ ਬਣਾ ਕੇ ਨਹੀਂ ਰੱਖਣਾ ਹੈ, ਜਿਹੜਾ ਤੁਸੀਂ ਇਹਨਾਂ ਨੂੰ ਆਜ਼ਾਦ ਨਹੀਂ ਹੋਣ ਦੇਣਾ। ਜਿਹੜੇ ਅਸਲੀ ਆਜ਼ਾਦੀ ਗੁਲਾਟੀਏ ਸੀ ਉਹ ਸੀਗੇ ਬਾਬਰ, ਜਿਨ੍ਹਾਂ ਨੂੰ ਅਸੀਂ ਮੰਨੀਏ ਸੁਭਾਸ਼ ਚੰਦਰ ਬੋਸ ਜਾਂ ਹੋਰ ਜਿਹੜੇ ਸੀਗੇ ਅਕਾਲੀ ਜਿਹੜੇ ਸੀਗੇ ਉਹ ਮਾਰੇ ਗਏ। ਉਹਨਾਂ ਨੂੰ ਕਿਸੇ ਨੇ ਅਸਲੀ ਆਜ਼ਾਦੀ ਦੇ ਵਿੱਚ ਅੰਗਰੇਜ਼ ਤੋਂ ਆਜ਼ਾਦੀ ਦੇ ਲਈ ਹਿੱਸਾ ਪਾਇਆ, ਮਗਰ ਬਾਬਾ ਸਾਹਿਬ ਨੇ ਹਿੰਦੂਆਂ ਤੋਂ ਆਜ਼ਾਦੀ ਲਈ ਹਿੱਸਾ ਪਾਇਆ। ਬਿਲਕੁਲ। ਔਰ ਇਹ ਹਿੰਦੂ ਦੇਸ਼ ਦਾ ਆਜ਼ਾਦ ਹੋ ਗਿਆ। ਅੱਜ ਕਿਉਂ ਸਾਰਾ ਦੇਸ਼ ਇਹ ਗੱਲ ਕਹਿੰਦਾ ਹੈ ਕਿ ਅਸੀਂ ਗੁਲਾਮ ਹਾਂ, ਅਸੀਂ ਗੁਲਾਮ ਹਾਂ, SC ST OBC ਮਿਨੋਰਟੀ ਅਰੇ ਅੱਜ ਰੋਂਦੇ ਪਿੱਟਦੇ ਆ ਜੀ। ਇਹ ਅਸਲ ਵਿੱਚ SC ST OBC ਮਿਨੋਰਟੀ ਜਿਹੜੇ ਆ ਹਿੰਦੂਆਂ ਨੂੰ ਛੱਡ ਕੇ ਅਪਰ ਕਾਸਟ ਨੂੰ ਛੱਡ ਕੇ 110-15 ਕਰੋੜ ਇਹ ਇਸ ਅਸਲ ਦੇ ਵਿੱਚ ਭਾਜੀ ਕੀ ਗੱਲ ਹੈ ਕਿ ਸਾਡੇ ਭਾਰਤ ਦੇ ਲੋਕ ਹੀ ਜਿਹੜੇ ਮੂਲ ਵਾਸੀ ਉਹ ਸਮਝ ਨਹੀਂ ਸਕੇ। ਅੱਜ ਜੇ ਕਿਸੇ ਇੱਥੇ ਅੱਜ ਧਿਆਨ ਨਾਲ ਗੱਲ ਸੁਣੋ, ਜੇ ਉਹਦਾ ਅਧਿਕਾਰ ਇਸ ਵਾਸਤੇ ਲੈ ਕੇ ਦਿੱਤਾ ਸੀ ਬਾਬਾ ਸਾਹਿਬ ਨੇ। ਦੇਖੋ ਮੁਗਲਾਂ ਦਾ ਰਾਜ, ਡੰਡੇ ਦਾ ਰਾਜ, ਹਿੰਦੂਆਂ ਦਾ ਰਾਜ, ਧੱਕੇ ਦਾ ਰਾਜ, ਜਨਮਜਾਤ ਦਾ ਰਾਜ ਖਤਮ ਹੋਵੇ, ਵੋਟ ਦੇ ਨਾਲ ਆਪਣਾ ਰਾਜ ਕਾਇਮ ਕਰਕੇ ਬੇਗਮਪੁਰਾ ਵਸਾ ਲਿਓ। ਜੇ ਨਾ ਕਿਸੇ ਹਾਂਜੀ ਬੇਗਮਪੁਰਾ ਆਪਣੀ ਵੋਟ ਉਹਨਾਂ ਨੂੰ ਦੇ ਕੇ ਬੇਗਮ ਕਰ ਦਿੰਦੇ, ਆਪ ਗਮ ਚੋੜਦੇ। ਸੋ ਮੈਂ ਇੱਕ ਕਵਿਤਾ ਲਿਖੀ ਹੈ ਥੋੜੀ ਜਿਹੀ, ਜੇ ਹੁਕਮ ਹੋਵੇ ਤਾਂ ਮੈਂ ਸੁਣਾਉਂਗਾ। ਇੱਕ ਅੱਧੇ ਮਿੰਟ 'ਚ ਹੀ ਗੱਲ ਮੁਗੇ ਨਿਬੇੜ ਦਿਓ। ਜੇਕਰ ਭੀਮ ਰਾਓ ਰਹਿਬਰ ਸ਼ੁੱਧਤਾ ਦੀ ਖਾਤਰ ਹਿੰਮਤ ਜਤਾ ਕੇ ਪ੍ਰਗਟ ਨਾ ਹੁੰਦੇ ਜੀ ਤਾਂ ਸ਼ੁੱਧਤਾ ਨੇ ਨਗਰਾਂ ਤੋਂ ਬਾਹਰ ਹੀ ਬਸਦੇ ਹੋਣਾ ਸੀ। ਜੀ। ਇਨਸਾਨ ਦੀ ਸਾਰ ਕੋਈ ਇਹਨਾਂ ਨੂੰ ਨਾ ਹੁੰਦੀ। ਜੀ। ਪਸ਼ੂਆਂ ਸੰਗ ਹੀ ਜੀਵਨ ਬਿਤਾਉਂਦੇ ਰਹਿਣਾ ਸੀ। ਬਿਲਕੁਲ। ਜੇਕਰ ਭੀਮ ਰਾਓ ਰਹਿਬਰ ਅਸ਼ੁੱਧਤਾ ਦੀ ਖਾਤਰ ਪ੍ਰਗਟ ਨਾ ਹੁੰਦੇ। ਜੀ। ਗੁਲਾਮ ਬਗਾਰੀ ਹੀ ਸਮਝਣਾ ਸੀ ਇਹਨਾਂ ਨੂੰ ਹਿੰਦੂਆਂ ਨੇ। ਬਰਾਬਰੀ ਦੇ ਹੱਕਾਂ ਦੀ ਕਦੇ ਸਾਰ ਨਾ ਹੁੰਦੀ ਇਹਨਾਂ ਨੂੰ। ਜੀ। ਧਨ ਧਰਤੀ ਤੋਂ ਸਦਾ ਹੀ ਵੰਚਿਤ ਰਹਿਣਾ ਸੀ। ਹਿੱਸੇਦਾਰੀ ਕਦੇ ਵਿੱਚ ਸਰਕਾਰ ਹੁੰਦੀ ਨਾ। ਇਹਨਾਂ ਨੂੰ ਸਮਝਿਆ ਨੀਚ ਚੰਡਾਲ ਜਾਂਦਾ ਜੇ ਮਨੁ ਸਮ੍ਰਿਤੀ ਸਾਰ ਕੇ ਭੇਂਦੀ ਨਵਾਂ ਸੰਵਿਧਾਨ ਬਣਾਉਂਦੇ ਨਾ। ਜੀ, ਮਿਹਰਬਾਨੀ ਜੀ, ਥੈਂਕ ਯੂ। ਮੈਂ ਕੁਝ ਕਹਿਣਾ ਚਾਹੁੰਦਾ ਸੀ ਕਿ ਗੱਲ ਸਿਰੇ ਨਹੀਂ ਲੱਗੀ। ਬਹੁਤੀ ਵਾਰੀ ਕੀ ਹੁੰਦਾ ਕਿ ਅਸੀਂ ਭਾਰਤੀ ਲੋਕ ਜਿਹੜੇ ਭਾਰਤੀ ਮੂਲ ਨਿਵਾਸੀ ਆ, ਜੇ ਕਿਸੇ ਸਿੱਖ ਨਾਲ ਬੈਠੋ ਨਾ ਗੱਲ ਕਰੋ ਤਾਂ ਉਹ ਕਹਿੰਦਾ ਕਿ 15% ਜਿਹੜੇ 85% ਹਿੰਦੂ ਆ ਉੱਥੇ ਇੰਡੀਆ 'ਚ। ਭਗਵੰਤ ਜੀ ਕਿਸੇ ਨੂੰ ਪੁੱਛੋ, ਇਹ ਹੀ ਨਹੀਂ ਅਸੀਂ ਸਮਝ ਸਕੇ ਵੀ 15% ਹਿੰਦੂ ਆ, ਬਾਕੀ 85% ਤਾਂ ਅਸੀਂ ਆ। ਉਲਟਾ ਹੋ ਜਾਂਦਾ। ਅਸੀਂ ਆ 85%। ਜਿੱਦਣ ਅਸੀਂ ਇਹ ਗੱਲ ਸਮਝਾਵਾਂਗੇ ਕਿ 85% ਜਿਹੜੇ ਆ ਉਹ ਇਕੱਠੇ ਹੋ ਜਾਣਗੇ ਤਾਂ ਤੁਹਾਨੂੰ ਕੋਈ ਵੀ ਹਰਾ ਨਹੀਂ ਸਕਦਾ। ਇਹ ਗੱਲ
ਬਾਰ-ਬਾਰ ਅਸੀਂ ਦੁਹਰਾਉਂਦੇ ਆ ਉਸ ਨੂੰ ਜਿਹੜੀ ਆ ਸਮਝਣ ਦੀ ਲੋੜ ਆ। ਮੈਂ ਖਾਸ ਕਰਕੇ ਉਹਨਾਂ ਨੂੰ, ਉਹ ਸਿੱਖਾਂ ਨੂੰ ਜਿਹੜੇ ਵਿਦੇਸ਼ਾਂ 'ਚ ਬੈਠ ਕੇ ਗੱਲ ਕਹਿ ਰਹੇ ਕਿ ਵੀ 85% ਹਿੰਦੂ ਆ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਨਹੀਂ, 15% ਸਿਰਫ ਹਿੰਦੂ ਆ, 85% ਅਸੀਂ ਭਾਰਤੀ ਮੂਲ ਨਿਵਾਸੀ ਆ ਜਿਹੜੇ ਅਸੀਂ ਪੈਦਾ ਹੋਏ ਆ ਉੱਥੇ। ਉਸ ਤੋਂ ਬਾਅਦ ਗੱਲ ਕਰ ਰਹੇ ਸੀ ਕਿ ਅਸੀਂ ਜਿਹੜੀ ਮਨੂ ਸਮ੍ਰਿਤੀ ਵੱਲ ਨੂੰ ਅੱਜ ਕਿਉਂ ਆ ਰਿਹਾ, ਕਿਉਂਕਿ ਜੋ ਕੁਛ ਇਹਦੇ ਵਿੱਚ ਲਿਖਿਆ ਆ, ਜਿਹੜੀ ਦਲਿਤ ਸਮਾਜ ਦੇ ਲੋਕ ਆ, ਜਿਹੜੀ ਨੀਵੀਆਂ ਜਾਤਾਂ ਦੇ ਲੋਕ ਜਿਨ੍ਹਾਂ ਨੂੰ ਬਣਾ ਦਿੱਤਾ ਗਿਆ। ਉਸ ਤੋਂ ਪਹਿਲਾਂ ਮੈਂ ਗੱਲ ਕਰਦਾ ਸੀਗਾ ਕਿ ਜਦੋਂ ਇਹਨਾਂ ਨੇ ਬੁੱਧਿਸਟ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ, ਉਹ ਉੱਥੋਂ ਦੌੜ ਗਏ ਜਿਹੜੇ ਜਾਨ ਬਚਾ ਕੇ ਜਾ ਸਕਦੇ ਸੀ। ਕੋਈ ਸ਼੍ਰੀਲੰਕਾ ਚਲਾ ਗਿਆ, ਕੋਈ ਇੱਧਰ ਜਾਪਾਨ ਚਲਾ ਗਿਆ, ਕੋਈ ਚੀਨ ਚਲਾ ਗਿਆ, ਜੋ ਭੂਟਾਨ ਚਲਾ ਗਿਆ, ਜਿਹੜੀਆਂ ਕੰਟਰੀਆਂ ਦੇ ਆਲੇ ਦੁਆਲੇ ਚਲੇ ਗਏ, ਉੱਥੇ ਬੁੱਧ ਇਸ ਵੇਲੇ ਬੈਠਾ ਹੋਇਆ। ਇੱਥੇ ਨਹੀਂ ਸੀ, ਇੱਥੇ ਜਿਹੜੇ ਬਚੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਜੇ ਤੁਸੀਂ ਜੀਣਾ ਆ, ਨਾ ਤੁਸੀਂ ਪੜ੍ਹਾਈ ਕਰ ਸਕਦੇ ਆ, ਨਾ ਤੁਸੀਂ ਲਿਖ ਸਕਦੇ, ਨਾ ਤੁਸੀਂ ਰੱਬ ਦਾ ਨਾਂ ਲੈ ਸਕਦੇ ਆ। ਉਹਨਾਂ ਕੋਲੋਂ ਸਾਰੇ ਅਧਿਕਾਰ ਖੋਲ੍ਹੇ ਗਏ, ਉਹਨਾਂ ਨੂੰ ਸਿਰਫ ਤੇ ਸਿਰਫ ਪਸ਼ੂਆਂ ਦਾ ਕੰਮ ਕਰਨ ਦੀ ਆਗਿਆ ਦਿੱਤੀ ਗਈ ਔਰ ਪਿੰਡ ਤੋਂ ਬਾਹਰ ਰੱਖਿਆ ਗਿਆ। ਸਿਰਫ ਦਿਨ ਵੇਲੇ 12 ਵਜੇ ਤੁਰਨ ਦਾ ਰਾਈਟ ਦਿੱਤਾ ਗਿਆ। ਉਹ ਵੀ ਬੋਲੇਗਾ, ਆਪਣਾ ਨਾਂ ਦੱਸੇਗਾ ਵੀ ਮੈਂ ਹੁਣ ਲੰਘਣ ਲੱਗਾ, ਤਾਂ ਕਿ ਉਹਦਾ ਪਰਛਾਵਾਂ ਜਿਹੜਾ ਆ ਉਹਦੇ 'ਤੇ ਨਾ ਪਵੇ। ਹੌਲੀ ਹੌਲੀ ਜਿਹੜਾ ਇਹਦਾ ਪਰਛਾਵਾਂ ਜਿਹੜਾ ਆ ਉਹ ਜਿੱਦਾਂ ਵੱਧਦਾ ਜਾਂਦਾ ਉੱਦਾਂ ਉਹਦੀ ਜਿਹੜੀ ਜ਼ਮੀਨ ਜਿਹੜੇ ਉਹਦਾ ਤੁਰਨ ਦੀ ਰਾਹ ਵੀ ਹਟਾਈ ਜਾਂਦੀ। ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਨੀਗਰੋਆਂ ਦੇ ਨਾਲ ਜਦੋਂ ਗੋਰਿਆਂ ਨੇ ਨਹੀਂ ਜਿਹੜੇ ਨੀਗਰੋ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ, ਇਹਨਾਂ ਨੂੰ ਗੋਰਿਆਂ ਨੇ ਇਹ ਨਾਂ ਵਰਤਿਆ। ਔਰ ਜਿਹੜੇ ਨੀਗਰੋ ਆ ਉਹਨਾਂ ਦੇ ਤੁਸੀਂ ਡਿਕਸ਼ਨਰੀ 'ਚ ਦੇਖ ਲਓ, ਕਿਤੇ ਵੀ ਨੀਗਰੋ ਨਹੀਂ ਹੈਗਾ। ਉਹ ਨਿਗਾਹ ਲਿਖਦੇ ਆਪਣੇ ਆਪ ਨੂੰ। ਉਹਨਾਂ ਨੇ ਹਰ ਗਾਣੇ ਦੇ ਵਿੱਚ ਨਿਗਾਹ ਕਹਿਣਾ ਸ਼ੁਰੂ ਕਰ ਦਿੱਤਾ। ਜਿਹੜੇ ਬਲੈਕ ਲੋਕ ਨੇ ਉਹਨਾਂ ਨੇ ਆਪਣੇ ਆਪ ਨੂੰ ਲਗਾਰ ਲਿਖ ਕੇ ਸ਼ੁਰੂ ਕਰ ਦਿੱਤਾ ਔਰ ਗਾਣਿਆਂ ਦੇ ਵਿੱਚ ਸ਼ੁਰੂ ਕਰ ਦਿੱਤਾ। ਜਦੋਂ ਵੀ ਮਿਲਦੇ ਆ ਉਹ ਆਪਣੇ ਆਪ ਨੂੰ ਇੱਕ ਦੂਜੇ ਨੂੰ ਲਗਾ ਕਹਿੰਦੇ ਨੇ, ਨਿਗਾਹੇ ਕਹਿੰਦੇ ਨੇ। ਮੈਂ ਇਹ ਦੱਸਣਾ ਚਾਹੁੰਦਾ ਕਿ ਇਵੇਂ ਹੀ ਇੱਕ ਪੰਜਾਬ 'ਚ ਕਮਿਊਨਿਟੀ ਆ, ਚਮਾਰ ਕਮਿਊਨਿਟੀ, ਜਿਨ੍ਹਾਂ ਨੇ ਇਹ ਗੱਲ ਐਕਸੈਪਟ ਕਰ ਲਈ। ਜਿਵੇਂ ਨੀਗਰੋਆਂ ਨੇ ਐਕਸੈਪਟ ਕਰ ਲਈ, ਉੱਦਾਂ ਚਮਾਰਾਂ ਨੇ ਵੀ ਐਕਸੈਪਟ ਕਰਕੇ ਆਪਣੇ ਗਾਣੇ ਜਿਹੜੇ ਆ ਉਹ ਗਾਉਣੇ ਸ਼ੁਰੂ ਕਰ ਦਿੱਤੇ। ਜਦੋਂ ਜਿਵੇਂ ਕੋਈ ਨੀਗਰੋ ਨੂੰ ਬਾਹਰੋਂ ਕੋਈ ਨੀਗਰੋ ਕਹਿੰਦਾ, ਉਹ ਗੁੱਸਾ ਕਰਦੇ, ਲੇਕਿਨ ਉਹ ਆਪਸ ਵਿੱਚ ਉਹਨਾਂ ਨੇ ਐਕਸੈਪਟ ਕਰ ਲਿਆ। ਐਵੇਂ ਹੀ ਭਾਰਤ ਦੇ ਵਿੱਚ ਇਹਨਾਂ ਲੋਕਾਂ ਨੇ ਵੀ ਆਪਣੇ ਆਪ ਨੂੰ ਐਕਸੈਪਟ ਕਰਕੇ ਆਪਣੇ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ। ਮਸਲਾ ਹੁਣ ਇੱਥੇ ਇਹ ਆ ਗਿਆ ਨਵਾਂ ਕਿ ਜੇਕਰ ਇਸ ਤਰੀਕੇ ਦੇ ਨਾਲ ਮੋਦੀ ਹੌਲੀ ਸਾਰਿਆਂ ਨੂੰ ਫੜਦਾ ਜਾਏਗਾ ਤੇ ਜੇ ਮਨੂ ਸਮ੍ਰਿਤੀ ਆ ਗਈ ਤਾਂ ਫਿਰ ਸਾਡਾ ਤੁਹਾਡਾ ਕੀ ਬਣੇਗਾ। ਮਸਲਾ ਇਹ ਡਿਸਕਸ ਕਰ ਰਹੇ ਹਾਂ ਜੀ। ਮਨੂ ਸਮ੍ਰਿਤੀ ਬਾਰੇ ਐਕਚੁਅਲੀ ਦੋ ਲਫ਼ਜ਼ ਨੇ। ਮੈਂ ਇੱਕ ਕਾਲ ਸੀ ਸ਼ਾਇਦ। ਹਾਂਜੀ ਹੈਲੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਖਾਲਸਾ ਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ, ਮੈਂ ਸੁਣ ਰਿਹਾ। ਮਿਹਰਬਾਨੀ ਜੀ। ਤੇ ਬੜੇ ਤੁਹਾਡੇ ਸੋਹਣੇ ਵਿਚਾਰ ਨੇ। ਜਿਹੜੀ ਆਪਾਂ ਗੱਲ ਇਹ ਮਨੂ ਸਮ੍ਰਿਤੀ ਜਿਹੜੀ, ਜੇ ਅਸੀਂ ਆਪਣੇ ਪਿਛੋਕੜ ਵੱਲ ਜਾਈਏ। ਇਹ ਨਾਂ ਦੱਸਣਾ ਚਾਹੋਗੇ ਜੀ? ਹਾਂਜੀ, ਨਾਂ ਦੱਸਣਾ ਚਾਹੋਗੇ? ਹਾਂਜੀ, ਮੈਂ ਦਰਜੀ ਤੋਂ ਬੋਲਦਾ, ਤਰਲੋਚਨ ਸਿੰਘ ਜੀ। ਹਾਂਜੀ ਤਰਲੋਚਨ ਜੀ। ਤੇ ਇਹ ਬਹੁਤ ਸੋਹਣਾ। ਤੇ ਸਾਡੇ ਜੜ੍ਹਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਤੁਸੀਂ ਗਾਣੇ ਦੀ ਗੱਲ ਕੀਤੀ ਆ, ਆਪਾਂ ਕਿਸੇ ਫਿਰਕੇ ਦੇ ਖਿਲਾਫ ਨਹੀਂ। ਮਾਨਸ ਦੀ ਜਾਤ ਸਦਾ ਇੱਕ ਹੈ ਪਹਿਚਾਣ ਦਾ। ਪਰ ਅਸੀਂ ਜਦੋਂ 10ਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਸਾਨੂੰ ਇੱਕ ਬਣਾਇਆ ਸੀ, ਅਸੀਂ ਇੱਕ ਬਣੇ ਨਹੀਂ। ਅੱਜ ਮੈਂ ਵਾਰ-ਵਾਰ ਇਹ ਗੱਲ ਕਹਿੰਦਾ ਹੁੰਦਾ, ਅਸੀਂ ਅੱਜ ਜਾਤ ਤਾਂ ਅਸੀਂ ਪਹਿਲਾਂ ਲਿਖ ਦਿੰਦੇ ਹਾਂ ਤੇ ਖਾਲਸੇ ਜਾਂ ਸਿੱਖ ਅਸੀਂ ਬਾਅਦ। ਅਸੀਂ ਉਸ ਚੀਜ਼ ਨੂੰ ਮੰਨਦੇ ਨਹੀਂ। ਮੈਂ ਜਿਸ ਗੱਲ ਤੇ ਆਉਣਾ, ਜੇ ਤੁਸੀਂ ਸਿੱਖ ਇਤਿਹਾਸ ਨੂੰ ਸਵਾਰ ਕੇ ਵਾਚੋ, ਖਾਲਸਾ ਕਾਲਜ ਤੋਂ ਮੈਂ 1972 ਦੇ ਵਿੱਚ BSc ਕੀਤੀ ਸੀ, ਸਹਾਇਕ ਕੈਮਿਸਟਰੀ ਫਿਜ਼ਿਕਸ ਦੇ ਬਾਅਦ। ਉਦੋਂ ਮੈਂ ਆਪਣੀ ਬਰਾਤ ਦੱਸ ਦਿੰਦਾ, ਮੈਂ ਸੈਣੀ ਬਰਾਦਰੀ ਨੂੰ ਸੰਬੰਧ ਕਰਦਾ। ਮੈਂ ਜਦੋਂ ਖਾਲਸਾ ਕਾਲਜ ਗਿਆ ਤੇ ਮੈਂ ਦੱਸਿਆ ਕੌਣ ਆ, ਮੈਂ ਤੇ ਤੁਹਾਨੂੰ ਦੱਸਿਆ ਕਿ ਮੈਂ ਨਵੇਂ ਸ਼ਹਿਰ ਤੋਂ ਮੇਰੀ ਸੈਣੀ ਬਰਾਦਰੀ। ਤੇ ਮੈਨੂੰ ਇੱਕ ਮਜ਼ਾਕ ਜਿਹੀ ਕੀਤੀ, ਅਸੀਂ ਇਹ ਵੀ ਇੱਕ ਮਜ਼੍ਹਬੀ ਹੈ। ਮੈਨੂੰ ਨਹੀਂ ਪਤਾ ਕਿ ਮਜ਼੍ਹਬੀ ਕੀ ਹੁੰਦੇ ਆ। ਤੇ ਮੈਂ ਗੱਲ ਸ਼ੁਰੂ ਕਰਾਂ ਤੇ ਮੈਂ ਤੁਹਾਡੇ ਨਾਲ ਇੱਕ ਗੱਲ ਕਰ ਸਕਦਾ ਜੀ? ਤੇ ਖਾਲਸਾ ਜੀ, ਤੁਸੀਂ ਯਕੀਨ ਮੰਨਿਓ, ਜਿੰਨੇ ਵੀ ਸਾਡੇ ਪ੍ਰੋਫੈਸਰ ਪਿਆਰਾ ਸਿੰਘ ਗਿੱਲ ਹੁੰਦੇ ਸੀ, ਹੈਡ ਆਫ ਦਾ ਪੰਜਾਬੀ ਡਿਪਾਰਟਮੈਂਟ, ਉਹਨਾਂ ਤੇ ਮੈਂ ਪੁੱਛਿਆ ਸਰ ਮੈਂ ਇਸ ਚੀਜ਼ ਦੇ ਆਪਣੇ ਤੌਰ ਤੇ ਇੱਕ ਸਟੱਡੀ ਕਰਨਾ ਚਾਹਨਾ। ਤਰਲੋਚਨ ਜੀ, ਮੈਂ ਤੁਹਾਡੇ ਨਾਲ ਗੱਲ ਕਰ ਸਕਦਾ ਕਿ ਤੁਸੀਂ 1 ਮਿੰਟ ਮੇਰੀ ਗੱਲ ਸੁਣੋ। ਹੈਲੋ। ਹਾਂਜੀ, 1 ਸੈਕਿੰਡ ਮੇਰੀ ਗੱਲ ਸੁਣੋ। ਹਾਂਜੀ। ਜਿਹੜੇ 4 ਵਰਨ ਹੈ ਭਾਰਤ ਦੇ ਵਿੱਚ, ਹਾਂਜੀ, ਹਿੰਦੂਆਂ ਵੱਲੋਂ ਬਣਾਏ ਗਏ, ਉਹਨਾਂ 'ਚ ਸ਼ੂਦਰ ਹੈ ਜਿਹੜੇ ਪੈਰਾਂ 'ਚੋਂ ਜਨਮ ਲਿਆ ਆ, ਜਿਹਨਾਂ 'ਚ ਅਸੀਂ ਆਉਂਦੇ ਹਾਂ। ਹਾਂਜੀ, ਉਹਨਾਂ ਦੇ ਵਿੱਚ ਜ਼ਿਮੀਂਦਾਰ ਜਿਹੜਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੂੰ ਉੱਪਰ ਚੱਕਿਆ,
ਅੰਮ੍ਰਿਤ ਛਕਾਇਆ, ਮਾਨਸ ਕੀ ਜਾਤ ਇੱਕ ਬਣਾਈ, ਉਹਨਾਂ ਦੇ ਵਿੱਚ ਉਹ ਵੀ ਸ਼ੂਦਰਾਂ 'ਚ ਆਉਂਦੇ ਸੀ ਨਾ? ਹਾਂਜੀ, ਮੇਰੀ ਸੁਣ ਲਿਓ ਗੱਲ, ਮੇਰੀ ਇੱਕ ਮਿੰਟ ਲਈ ਗੱਲ ਉਹ ਵੀ ਸ਼ੂਦਰਾਂ 'ਚ ਆਉਂਦੇ ਸੀ ਨਾ? ਹਾਂਜੀ। ਜਿਸ ਦਿਨ ਉਹਨੇ ਅੰਮ੍ਰਿਤ ਛਕ ਲਿਆ ਉਹ ਗੁਰੂ ਵਾਲੇ ਹੋ ਗਏ, ਉਹਨਾਂ ਦੇ ਇੱਕ ਧਰਮ ਆ ਗਿਆ। ਉਦੋਂ ਬਾਅਦ ਉਹ ਲੋਕਾਂ ਨੇ ਜਿਹੜੇ ਇਹ ਕਮਿਊਨਿਟੀ ਦੇ ਸ਼ੂਦਰ ਉਹਨਾਂ ਨੂੰ ਐਕਸੈਪਟ ਕੀਤਾ। ਤੇ ਇੱਕ ਹਾਈ ਸਾਨੂੰ ਇਸੇ ਕਰਕੇ ਅਸੀਂ ਖਾਲਸਾ ਜੀ ਪੰਜਾਬ ਦੇ ਵਿੱਚ ਜ਼ਿਮੀਂਦਾਰ ਔਰ ਪੰਜਾਬ ਤੋਂ ਬਾਹਰ ਠਾਕੁਰ ਸ਼ੂਦਰਾਂ ਦਾ ਦੁਸ਼ਮਣ ਬਣਿਆ। ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਾਡੇ ਲਈ ਕੀਤਾ ਸੀ, ਇਹਨਾਂ ਨੇ ਜਿਹੜੇ ਅੱਗੇ ਲੰਘੇ ਉਹਨਾਂ ਨੇ ਦੂਜਿਆਂ ਦੀ ਬਾਹ ਫੜ ਕੇ ਨਾਂ ਰਲਾਇਆ, ਭਾਈ ਚਲੋ ਹੁਣ ਤੁਹਾਡੀ ਵਾਰੀ ਆ। ਹਾਂ, ਤੁਸੀਂ ਮੇਰਾ ਇੱਕ ਮਿੰਟ ਪੁਆਇੰਟ ਸੁਣੋ ਮੇਰਾ। ਮੇਰਾ ਪੁਆਇੰਟ ਇਹ ਹੈ ਕਿ ਜਿੰਨੀਆਂ ਵੀ 10ਵੇਂ ਪਾਤਸ਼ਾਹ ਦੇ ਨਾਲ ਸ਼ਹਾਦਤਾਂ ਹੋਈਆਂ ਜੀ, ਉਹ ਸਾਰੇ ਵੀਰ ਅੰਗਰੇਜ਼ਾਂ ਦੀਆਂ, ਮਜ਼੍ਹਬੀਆਂ ਦੀਆਂ, ਸਾਡੇ ਨੀਲੀਆਂ ਜਾਤਾਂ ਦੇ ਵੀ ਹੋਣ ਜੀ। ਪਰ ਅੱਜ ਤੁਸੀਂ ਦੇਖ ਲਓ ਪੰਜਾਬ ਦੀ ਧਰਤੀ ਤੇ ਹੋ ਕੀ ਰਿਹਾ। ਗਾਣਾ ਗਾਓਗੇ ਇੱਕੋ ਹੀ ਬਰਾਦਰੀ ਨੂੰ ਮੂਹਰੇ ਕਰੂਗੇ, ਕੋਈ ਚੀਜ਼ ਕਰੂਗੇ ਪੰਜਾਬੀ ਇੱਕੋ ਅਸੀਂ ਉਹਨਾਂ ਦੇ ਖਿਲਾਫ ਨਹੀਂ ਹੈਗੇ ਜੀ। ਉਹਨਾਂ ਨੇ ਡੋਮੀਨੇਸ਼ਨ ਇੰਨੀ ਕਰ ਲਈ ਆ ਕਿ ਅੱਜ ਦਾ ਤੁਸੀਂ ਮੋਰਚਾ ਦੇਖ ਲਓ। ਹੁਣ ਇਹ ਕਹੀ ਤਾਂ ਜਾਂਦੇ ਆ ਕਿਸਾਨ ਤੇ ਮਜ਼ਦੂਰ। ਮੈਂ ਵੀ ਇੱਕ ਜ਼ਿਮੀਂਦਾਰ ਦਾ ਲੜਕਾ ਨਹੀਂ, ਮੈਂ ਕਹਿੰਦਾ ਆਪਣੇ ਆਪ ਨੂੰ, ਮੈਂ ਇੱਕ ਕਿਸਾਨ ਦਾ ਮਜ਼ਦੂਰ ਦਾ ਲੜਕਾ ਆ। ਅਸੀਂ ਮਿਹਨਤ ਕਰਕੇ ਔਰ ਅਸੀਂ ਹਮੇਸ਼ਾ ਜਿਹੜੀ ਤੁਸੀਂ ਗੱਲ ਕੀਤੀ ਪਾਣੀ ਦੇ ਕਰਜ਼ਾਈ ਰਹੇ ਆ ਸਾਡੇ ਨੂੰ, ਪਰ ਅਸੀਂ ਇੱਕ ਸਿਸਟਮ ਐਸਾ ਕ੍ਰੀਏਟ ਕਰ ਲਿਆ ਕਿ ਅਸੀਂ ਆਪਣੇ ਭਰਾ ਨੂੰ, ਮਜ਼ਦੂਰ ਨੂੰ ਜੀ, ਕਿਉਂਕਿ ਮੈਂ ਤੇ ਤੁਹਾਨੂੰ ਬਚਪਨ ਤੋਂ ਹੀ ਕੰਡੈਮ ਕਰਦਾ ਆਇਆ, ਆਪਣੇ ਭਰਾਵਾਂ ਨੂੰ ਅਸੀਂ ਉਹਨਾਂ ਨੂੰ ਨਾਲ ਸਮਝ ਕੇ ਹਾਲੇ ਵੀ ਗੁਰਦੁਆਰਿਆਂ ਦੇ ਵਿੱਚ ਜੇ ਤੁਸੀਂ ਦੇਖੋ ਸਾਨੂੰ ਉਹ ਬਰਾਬਰ ਦਾ ਮਾਣ ਸਤਿਕਾਰ ਨਹੀਂ ਮਿਲ ਰਿਹਾ। ਇਸ ਕਰਕੇ ਡਿਫਰੈਂਟ ਗੁਰਦੁਆਰੇ ਬਣੇ। ਹੁਣ ਅਸੀਂ ਬਹੁਤ ਕਹਿੰਦੇ ਆ ਜੀ ਸਾਨੂੰ ਕਿਸਾਨ ਤੇ ਮਜ਼ਦੂਰ। ਮੈਂ ਇਹ ਨਹੀਂ ਕਿਸਾਨਾਂ ਦੇ ਨਾਲ ਮੇਰੀ ਸਿਮਤੀ ਆ, ਕਿਸਾਨ ਮੈਂ ਖੁਦ ਹਾਂ, ਪਰ ਮਜ਼ਦੂਰ ਨੂੰ ਤਾਂ ਅਸੀਂ ਧੱਕਾ ਮਾਰ ਕੇ ਪਰਾਂ ਕਰ ਦਿੱਤਾ। ਦਾਸ ਆ ਹੁਣ ਦੂਸਰੇ ਦੇ ਵਿੱਚੋਂ ਆਇਆ, ਇੰਡੀਆ ਗਏ ਸੀ ਤਾਂ ਅਸੀਂ 2-3 ਮਤਲਬ 7-8 ਹਫ਼ਤੇ ਤੇ ਲੋਕਡਾਊਨ 'ਚ ਫਸੇ ਰਹੇ। ਜਦੋਂ ਮੁੰਜੀ ਲਾਉਣੀ ਸੀ ਨਾ, ਮੁੰਜੀ ਲਾਣੀ ਸੀ, ਬਿਹਾਰ ਵਾਲੇ ਭਈਏ ਤੇ ਚੱਲ ਗਿਆ। ਪਹਿਲਾਂ ਜਦੋਂ ਉਹ ਲੋਕ ਵਿਚਾਰੇ ਮਜ਼ਦੂਰ ਇੱਥੇ ਸਨ, ਅਸੀਂ ਤਾਂ ਹਾਏ ਮਾਰ ਲਿਆ, ਖਾ ਲਿਆ, ਭਈਏ ਲੁੱਟ ਕੇ ਲੈ ਗਏ। ਜਦੋਂ ਉਹ ਚੱਲ ਗਏ ਹੁਣ ਉਹ ਕਹਿੰਦੇ ਆਉ ਨਹੀਂ ਸਾਡੇ ਮੁੰਜੀ ਨਹੀਂ ਲੱਗਦੀ। ਇਹਦਾ ਮਤਲਬ ਅਸੀਂ ਸਿਰਫ 74 ਬਾਰੇ ਜੋਗੇ ਰਹਿ ਗਏ। ਜੇ ਕੋਈ ਸਾਡੇ ਭਰਾ ਨੇ, ਕਿਸੇ ਮਜ਼ਦੂਰ ਨੇ, ਪੰਜਾਬ ਦੇ ਨੇ ਆਪਣੀ ਸਹੀ ਕੀਮਤ ਮੰਗ ਲਈ ਕਿ ਇੱਕ ਝੋਨੇ ਦਾ ਖੇਤ ਦਾ ਮੈਂ 3000 ਜਾਂ 2000 ਜਾਂ ਕੁਛ ਲਵਾਂਗਾ, ਤੇ ਅਸੀਂ ਆਪਣੀਆਂ, ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖਿਆ ਹੋਊਗਾ, ਦਾਸ ਨੂੰ ਵੀ ਦੇਖਿਆ, ਅਸੀਂ ਉੱਥੇ ਇੱਕ ਲਾਈਨ ਖਿੱਚ ਦਿੱਤੀ ਤੇ ਨਹੀਂ ਬਈ ਅਸੀਂ ਉਹਨੂੰ ਬਾਈਕਾਟ ਕਰ ਦੇਣਾ ਸਾਡੇ। ਕਿਉਂ? ਕੀ ਗੱਲ? ਕਿਉਂ ਨਹੀਂ ਆ ਸਕਦੇ? ਅਸੀਂ ਕੀ ਗੱਲ, ਅਸੀਂ ਕਾਰਨ ਭਾਜੀ ਇਹ ਆ, ਅਸੀਂ ਇਨਸਾਨ ਨੂੰ ਇਨਸਾਨ ਹੀ ਸਮਝਿਆ, ਚਾਹੇ ਅਸੀਂ ਕੋਈ ਨਹੀਂ। ਅਗਰ ਅਸੀਂ ਇਨਸਾਨ ਨੂੰ ਇਨਸਾਨ ਸਮਝਿਆ ਹੁੰਦਾ, ਜਿਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਸਰਵੰਸ ਦਾ ਨਹੀਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਵੰਸ ਖਾਲ ਆਪਣਾ ਵਾਰ ਕੇ ਸਾਨੂੰ ਖਾਲਸਾ ਸਾਜਿਆ ਹੁੰਦਾ, ਸਾਡੀ ਵੱਖਰੀ ਪਹਿਚਾਣ ਹੁੰਦੀ। ਪਰ ਸਾਨੂੰ ਤਾਂ ਦਰਬਾਰ ਦਿੱਤਾ ਗਿਆ। ਇਹ ਸੈਣੀ ਹੈ, ਤਰਖਾਣ ਹੈ, ਨਾਈ ਹੈ, ਹੀਰ ਹੈ, ਚੀਮਾ ਹੈ, ਚਮਾਰ ਹੈ। ਇਸ ਗੱਲ ਤੋਂ ਸਾਨੂੰ ਕੱਢਿਆ। ਅਸੀਂ ਜਿੰਨੇ ਪੰਜਾਬੀ ਅਸੀਂ ਕਹਿੰਦੇ ਜ਼ਰੂਰ ਅਸੀਂ ਇੱਕ ਵਾਰ, ਪਰ ਭਾਜੀ ਮੇਰਾ ਗੁੱਸਾ ਨਾ ਕਰਿਓ, ਅਸੀਂ ਇੱਕ ਹੈ ਨਹੀਂ। ਅਸੀਂ ਜਦੋਂ ਸਟੇਜਾਂ ਤੇ ਬਹਿੰਦੇ ਹਾਂ ਜਾਂ ਗੱਲਾਂ ਕਰਦੇ ਹਾਂ, ਗੱਲਾਂ ਬਹੁਤ ਚੁੱਕੀਆਂ ਕਰਦੇ ਹਾਂ। ਮੈਂ ਤਾਂ ਇਹੀ ਅਰਦਾਸ ਕਰਾਂਗਾ ਕਿ ਇਨਸਾਨ ਸਮਝੇ, ਇਨਸਾਨ ਨੂੰ ਗਲਵੱਕੜੀ ਵਿੱਚ ਲੱਭੇ, ਇੱਕ ਫਿਕਰ ਤੇ ਯਕੀਨ ਕਰੀਏ, ਮਾਨਸ ਕੀ ਜਾਤ ਸਭ ਹੈ ਇੱਕ ਹੈ, ਪਹਿਚਾਨਵੋ। ਜਿਸ ਦਿਨ ਅਸੀਂ ਸੱਚੇ ਦਿਲੋਂ ਇੱਥੇ ਆਉਣ ਲੱਗ ਪਏ ਤੇ ਸਾਡਾ ਸਾਰਿਆਂ ਦਾ ਭਲਾ ਹੋਏਗਾ। ਬਾਕੀ ਪ੍ਰੋਗਰਾਮ ਤੁਹਾਡਾ ਸੋਹਣਾ, ਇਹੋ ਜਿਹੇ ਪ੍ਰੋਗਰਾਮ ਰੱਖਿਆ ਕਰੋ ਜਿਸ ਤਰ੍ਹਾਂ ਜਾਗਰਤੀ ਆਵੇ, ਲੋਕਾਂ ਨੂੰ ਇਹ ਆਵੇ ਇਨਸਾਨ ਨੂੰ ਇਨਸਾਨ ਸਮਝੋ। ਕੋਈ ਚਮਾਰ ਹੈ, ਕੋਈ ਧੂਰਾ ਆ, ਕੋਈ ਨਾਈ ਆ, ਕੋਈ ਹੀਰ ਆ, ਕੋਈ ਜਾਟਾ, ਕੋਈ ਹੈ ਇਨਸਾਨ। ਪਹਿਲਾਂ ਮੇਰੀ ਜਾਤ ਕਿਹੜੀ ਆ? ਮੇਰੀ ਜਾਤ ਹੈਗੀ ਇਨਸਾਨ, ਹਿਊਮੈਨਿਟੀ। ਇਹਨੂੰ ਮੈਂ ਉੱਪਰ ਰੱਖਦਾ। ਮੈਂ ਤੁਹਾਡਾ ਬੜਾ ਕੋਈ ਗੱਲ ਕਿਸੇ ਨੂੰ ਦੁੱਖ ਦੀ ਕਹਿ ਹੋ ਗਈ ਹੋਵੇ ਤਾਂ ਮੈਂ ਦੋਏ ਹੱਥ ਬੰਨ੍ਹ ਕੇ ਸਭ ਤੋਂ ਮਾਫੀ ਮੰਗਦਾ, ਪਰ ਮੇਰਾ ਮਕਸਦ ਸਿਰਫ ਇਹ ਆ ਕਿ ਇਨਸਾਨ ਹੀ ਦਾ ਨਾਂ ਬੁਲੰਦ ਕਰੀਏ, ਇਨਸਾਨ ਦੀ ਸਪੋਰਟ ਕਰੀਏ, ਇਨਸਾਨ ਦੇ ਨਾਲ ਪਿਆਰ ਕਰੀਏ। ਅੰਤ ਵਿੱਚ ਸਭ ਨੂੰ, ਤੁਹਾਨੂੰ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਇਸ ਮਹਾਮਾਰੀ ਤੋਂ ਹਰ ਇੱਕ ਨੂੰ ਬਚਾ ਕੇ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਤਰਲੋਚਨ ਜੀ, ਜਿੰਨੇ ਤੁਸੀਂ ਵਿਚਾਰ ਦਿੱਤੇ ਆ, ਅਗਰ ਇਹਨਾਂ ਤੇ ਇੱਕ ਤੇ ਗੱਲ ਕਰੀਏ ਤਾਂ ਕਿੰਨੇ ਹੀ ਪ੍ਰੋਗਰਾਮ ਬਣ ਜਾਣ। ਮੁੱਖ ਦੀ ਗੱਲ ਜੇ ਲਾਗੇ ਜੇ ਨਿਬੇੜਨੀ ਹੋਵੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਬੇਨਤੀ ਕੀਤੀ ਸੀ ਕਿ ਜਿਨ੍ਹਾਂ ਨੂੰ ਬਾਂਹ ਫੜਨੀ ਚਾਹੀਦੀ ਸੀ ਉਹਨਾਂ ਨੇ ਗਲਾਸ ਜਿਹੜੇ ਆ ਰੱਖ ਦਿੱਤੇ, ਮਜ਼ਦੂਰਾਂ ਦੇ ਵੱਖਰੇ ਕਰ ਦਿੱਤੇ। ਉਹਨਾਂ ਨੇ
ਇਸ ਤਰ੍ਹਾਂ ਕਰ ਦਿੱਤਾ। ਜਦੋਂ ਮਾਨਸ ਕੀ ਜਾਤ ਇੱਕ ਪਹਿਚਾਣ ਬੋ ਹੈ ਤਾਂ ਫਿਰ ਜਿਹੜੀਆਂ ਜਾਤਾਂ, ਜਿੰਨੀਆਂ ਜਾਤਾਂ ਜਿੱਥੇ ਲਿਖੀਆਂ ਕਈਆਂ ਜਾਂਦੀਆਂ, ਉਹਦਾ ਕੀ ਕਰਾਂਗੇ, ਗੱਲ ਲੰਬੀ ਹੋ ਜਾਣੀ ਆ। ਬਹੁਤ ਮਿਹਰਬਾਨੀ ਤੁਸੀਂ ਫੋਨ ਕੀਤਾ। ਗੱਲ ਕਰਦੇ ਸੀ ਕਿ ਆਉਣ ਵਾਲਾ ਸਮਾਂ ਮਨੂ ਸਮ੍ਰਿਤੀ ਵੱਲ ਨੂੰ ਨਾ ਲੈ ਕੇ ਚਲੇ ਜਾਏ, ਕਿਉਂਕਿ ਸਰਕਾਰ ਉਹਨਾਂ ਕੋਲ ਆ, ਫੌਜ ਉਹਨਾਂ ਕੋਲ ਆ, ਸਾਰਾ ਕੁਝ ਉਹਨਾਂ ਕੋਲ ਆ, ਮੀਡੀਆ ਉਹਨਾਂ ਕੋਲ ਆ, ਐਵਰੀਥਿੰਗ ਉਹਨਾਂ ਕੋਲ ਆ। ਜੇ ਕਿਤੇ ਉਹਨੂੰ ਹਿੰਦੂ ਰਾਸ਼ਟਰ ਐਲਾਨ ਦਿੱਤਾ ਤੇ ਕਿਹੜੀਆਂ ਸਮੱਸਿਆ ਆ ਸਕਦੀਆਂ? ਭਗਵੰਤ ਜੀ। ਦੋਸਤੋ, ਇੱਕ ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਆ, ਆਪਾਂ ਸਾਰੇ ਜਿਹੜਾ ਉਸकी ਜਾਤ ਸਭ ਇੱਕ ਹੀ ਪਹਿਚਾਣ ਵੀ, ਉਸ 'ਚੋਂ ਇਹ ਗੱਲ ਉਪਜਦੀ ਆ ਕਿ ਜਿਹੜਾ ਅਸੀਂ ਜਦੋਂ ਵੀ ਆਪਾਂ ਬੋਲਦੇ ਹਾਂ, ਕੋਈ ਸਤਿ ਸ੍ਰੀ ਅਕਾਲ ਕਹਿੰਦਾ, ਕੋਈ ਗੁਰਦੇਵ ਜੀ ਜਾਂ ਗੁਰਦੇਵ ਕਹਿੰਦਾ, ਤੇ ਕੋਈ ਨਮਸਕਾਰ, ਕੋਈ ਕੁਛ ਦਾ, ਉਸ ਤੋਂ ਹਮੇਸ਼ਾ ਉਸ ਬੰਦੇ ਦਾ ਧਰਮ, ਉਸ ਬੰਦੇ ਦੀ ਜਾਤ ਸ਼ੋ ਹੁੰਦੀ ਆ। ਆਪਾਂ ਨੂੰ ਇਸ ਦੇ ਲਈ ਜਿਹੜੇ ਸਾਡੇ ਖਿਆਲਾਂ ਦੇ ਲੋਕ ਨੇ, ਸਾਡੇ ਦੋਸਤ ਨੇ, ਉਹਨਾਂ ਦੇ ਵਿੱਚ ਜਿਹੜਾ ਇੱਕ ਦੂਸਰੇ ਨੂੰ ਆਦਾਬ, ਇੱਕ ਦੂਸਰੇ ਨੂੰ ਮਿਲਣ ਦਾ ਹੈ, ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਜਦੋਂ ਵੀ ਆਪਸ ਮਿਲੀਏ ਤਾਂ ਕਿਸੇ ਹੋਰ ਸਾਰੀ ਗੱਲਾਂ ਪਿੱਛੇ ਰੱਖ ਕੇ ਜੈ ਇਨਸਾਨ ਇੱਕ ਦੂਸਰੇ ਨੂੰ ਕਿਹਾ ਕਰੀਏ, ਤਾਂ ਉਹ ਬਹੁਤ ਵਧੀਆ ਗੱਲ ਹੁੰਦੀ ਹੈ, ਜਿਹਦੇ ਵਿੱਚੋਂ ਕੋਈ ਉਸ ਨੂੰ ਆਪਾਂ ਰੱਖਣਾ ਚਾਹੀਦਾ। ਤੇ ਜਿਹੜਾ ਅੱਜ ਦਾ ਆਪਣਾ ਜਿਹੜਾ ਮੇਨ ਵਿਸ਼ਾ ਹੈਗਾ ਸਾਡਾ, ਪਿਆਰੇ ਦਰਸ਼ਕੋ ਪਲੀਜ਼ ਨੋਟ ਕਰਿਓ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਸਿਰਫ ਤੇ ਸਿਰਫ ਭਗਤ ਦੇ ਮਸਲਿਆਂ ਨੂੰ, ਉਹ ਭਾਵੇਂ ਧਰਮ ਤੇ ਅਟੈਕ ਹੋਵੇ, ਕਿਸੇ ਦੇ ਵੀ ਧਰਮ ਤੇ ਹੋਵੇ, ਚਾਹੇ ਬੁੱਧਿਸਟਾਂ ਤੇ ਆ, ਰਵਿਦਾਸੀਆਂ ਤੇ ਆ, ਜਾਂ ਉਹ ਸਿੱਖਾਂ ਤੇ, ਅਸੀਂ ਉਹਨੂੰ ਡਿਸਕਸ ਕਰਦੇ ਹਾਂ। ਸਾਡਾ ਤਾਂ ਇਹ ਧਾਰਮਿਕ ਪ੍ਰੋਗਰਾਮ ਨਹੀਂ ਹੈਗਾ। ਸਾਡਾ ਜਿਹੜਾ ਕੋਈ ਧਰਮ ਮੰਨਦਾ ਉਹਦੇ ਨਾਲ ਸਾਡਾ ਲੈਣ ਦੇਣ ਕੋਈ ਨਹੀਂ ਹੈਗਾ। ਜਿਹੜਾ ਵੀ ਧਰਮ ਜਿਹਨੂੰ ਮੰਨਦਾ ਉਹ ਵਧੀਆ ਆ। ਸਾਡਾ ਮਕਸਦ, ਸਾਡਾ ਇੱਕ ਪ੍ਰੋਗਰਾਮ ਜਿਹੜਾ ਆ, ਕਿਸੇ ਧਰਮ ਤੇ ਨੁਕਸਾਨ ਹੋਇਆ, ਕਿਸੇ ਜ਼ਾਤ ਤੇ ਨੁਕਸਾਨ ਹੋਇਆ, ਜੋ ਮਨੁੱਖਤਾ ਦੇ ਉਲਟ ਚੱਲ ਕੇ ਹੋਇਆ, ਅਸੀਂ ਉਹਦੇ ਤੇ ਗੱਲ ਕਰਦੇ ਹਾਂ ਜੀ। ਮਨੁੱਖਤਾ ਦੀ ਭਲਾਈ ਲਈ ਕੋਈ ਵੀ ਕੰਮ ਹੈ, ਅਸੀਂ ਉਹ ਗੱਲ ਕਰਨੀ ਆ। ਅਸੀਂ ਕਿਸੇ ਧਰਮ ਤੇ, ਕਿਸੇ ਤੇ ਵੀ ਕੋਈ ਜਾਣ ਬੁੱਝ ਕੇ ਕੋਈ ਅਟੈਕ ਨਹੀਂ ਕਰਦੇ ਹੈਗੇ। ਇਸ ਲਈ ਅਸੀਂ ਕਿਸਮ ਦੇ ਜਾਚਕ ਹੈਗੇ ਆ। ਜਿਹੜਾ ਮਨੂ ਸਮ੍ਰਿਤੀ, ਇੱਕ ਕਾਲ ਲੈ ਲਈ ਛੋਟੀ। ਚਲੋ। ਹੈਲੋ ਜੀ। ਹੈਲੋ ਜੀ। ਹਾਂਜੀ ਹਾਂਜੀ, ਜੈ ਗੁਰਦੇਵ ਪੁੱਤ। ਜੈ ਗੁਰਦੇਵ ਜੀ। ਜੈ ਵਾਲਮੀਕੀ। ਮੈਂ ਮਿੱਤਰ ਕੋਲ ਟੈਂਕੀ ਤੋਂ ਬੋਲਦੀ ਹਾਂ ਜੀ। ਜੇ ਤੁਹਾਡੇ ਕੋਲ ਮਤਲਬ ਪ੍ਰੋਗਰਾਮ ਸੰਬੰਧਿਤ ਕੋਈ ਹੈ ਤਾਂ ਫੇਰ ਹੀ ਗੱਲ ਕਰਿਓ, ਨਹੀਂ ਤਾਂ ਫਿਰ ਟਾਈਮ ਹੋਰ ਪਾਸੇ। ਤਾਂ ਮੈਂ ਆਈ ਆਤਾ ਪਾਤਾ ਨਹੀਂ ਕਰਨਾ, ਹੁਣ ਵੀ ਕੀ ਕਰਨਾ ਜੀ। ਗੁਰੂਆਂ ਨੇ ਤਾਂ ਸਾਡੇ ਲਈ ਬਹੁਤ ਕੁਝ ਕੀਤਾ ਜੀ। ਜਿਹੜੇ ਗੁਰੂਆਂ ਦੇ ਗਾਂ ਆਗੂ ਹੋਏ ਆ, ਸਾਡੇ ਜਿਹੜੇ ਸ਼ਹੀਦ ਹੋਏ, ਸ਼ਹੀਦੀਆਂ ਪਾਈਆਂ ਆ, ਜਿਹੜੇ ਸੀਸ ਚੱਕ ਕੇ ਲਿਆਏ, ਅਗਰ ਨਹੀਂ ਹੋਰ ਬਹੁਤ ਕੁਝ ਸਾਡੇ ਸ਼ਹੀਦਾਂ ਨੇ ਕੀਤੀਆਂ। ਮੱਝ ਵੀ ਸਿੰਘ ਬਣਾ ਦਿੱਤਾ, ਪਰੇ ਕਰ ਦਿੱਤੇ ਕਿਸੇ। ਅੱਛਾ, ਤੁਹਾਡੇ ਤੁਸੀਂ ਦਾ ਪ੍ਰਤੀਕਰ ਹੀ ਆ। ਮੇਰਾ ਤਾਂ ਕਹਿਣਾ ਇਹ ਗੱਲ ਆ ਵੀ ਜੇ ਅਸੀਂ ਜਿਹੜਾ ਹੁਣ ਸਾਨੂੰ ਚੂੜੇ ਕਹਿ ਲਓ, ਚਮਾਰ ਕਹਿ ਲਓ, ਵਿੱਚ ਹੋਰ ਕਈ ਕੁਛ ਆ, ਅਸੀਂ ਇੱਕ ਹੋ ਜਾਈਏ ਤੇ ਮੈਂ ਬੇਨਤੀ ਕਰਦਾ, ਮੇਰੀ ਗੱਲ ਸੁਣੋ। ਆਪਾਂ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਹੈਗਾ ਆਉਣ ਵਾਲਾ ਸਮੇਂ ਤੇ ਪ੍ਰੋਬਲਮ ਨਾ ਆਵੇ। ਆਪਾਂ ਇਹ ਪ੍ਰੋਗਰਾਮ ਵਧੀਆ, ਠੀਕ ਹੈ, ਧੰਨਵਾਦ। ਮੈਂ ਇੱਕ ਸਵਾਲ ਆਪਾਂ ਕੁਝ ਦਈਏ ਜੇ ਅੱਜ ਘੰਟੇ ਖੰਡ ਦਾ ਪ੍ਰੋਗਰਾਮ। ਤੁਸੀਂ ਵਾਲਮੀਕ ਮਹਾਰਾਜ ਦੀ ਗੱਲ ਕੀਤੀ ਹੈ। ਹਾਂਜੀ, ਮੇਰੀ ਸੁਣੋ ਪਹਿਲਾਂ। ਹਾਂਜੀ। ਜਿਹੜੇ ਗੁਰੂ ਰਵਿਦਾਸ ਹੋਏ ਆ, ਉਹਨਾਂ ਨੂੰ ਕਿਹਾ ਗਿਆ ਵੀ ਜੁੱਤੀਆਂ ਗੰਢਦੇ ਗਾ, ਉਹਨਾਂ ਦਾ ਸਮਾਜ ਵੀ ਜੁੱਤੀਆਂ ਗੰਢਦਾ। ਜਿਹੜੇ ਹੋਰ, ਹਾਂਜੀ, ਸੁਣ ਲਓ ਗੱਲ ਜੀ, ਸੁਣ। ਜਿਹੜਾ ਇੱਕ ਰਾਜਾ ਆ, ਜਦੋਂ ਰਾਜ ਕਰਦਾ ਤਾਂ ਉਹਦਾ ਪੁੱਤ ਵੀ ਰਾਜ ਕਰਦਾ। ਜੇ ਅਸੀਂ ਅੱਜ ਦੇ ਯੁੱਗ ਦੀ ਗੱਲ ਇਹ ਕਿ ਅਮਿਤਾਭ ਬੱਚਨ ਉਹਦਾ ਮੁੰਡਾ ਵੀ ਐਕਟਰ ਆ, ਜੇ ਅਸੀਂ ਬਾਦਲ ਦੀ ਗੱਲ ਕਰ ਲਈ ਉਹਦਾ ਗਾਂ ਲੀਡਰ ਆ, ਜੇ ਅਸੀਂ ਇੰਦਰਾ ਗਾਂਧੀ ਦੀ ਕਰੀਏ ਉਹਦੇ ਵੀ। ਮੈਂ ਇੱਕ ਸਵਾਲ ਕਰਦਾ ਤੁਹਾਨੂੰ, ਤੁਸੀਂ ਧਿਆਨ ਦਿਓ ਵੀ ਜਿਹੜੇ ਸਾਡੇ ਭਗਵਾਨ ਵਾਲਮੀਕ ਜੀ ਹੋਏ ਨੇ, ਉਹਨਾਂ ਕੋਲ ਤਾਂ ਤੀਰ ਤੇ ਧਨੁਸ਼ ਸੀ, ਪਰ ਸਾਡੇ ਸਮਾਜ ਦੇ ਕੋਲ ਝਾੜੂ ਤੇ ਫਿਰ ਮਗਰਾਟ ਕਿੱਦਾਂ ਆ ਗਿਆ? ਇਹ ਤੇ ਬਲੂਬਾਗ ਨੇ ਪੜਾਏ। ਬਸ ਅਸੀਂ ਉਸੇ ਤੇ ਡਿਸਕਸ ਕਰ ਰਹੇ ਹਾਂ ਵੀ ਇਹ ਜਿਹੜਾ ਮਨੂ ਸਮ੍ਰਿਤੀ ਆ, ਇਹ ਉਸ ਦੇਣ ਆ ਜਿਹਦੇ ਸਮਾਜ ਦੇ ਕੋਲ ਝਾੜੂ ਥੋੜੀ ਹੋਣਾ ਚਾਹੀਦਾ ਸੀ, ਤੀਰ ਅੰਦਾਜ਼ੀ ਹੋਣੀ ਚਾਹੀਦੀ ਸੀ। ਅੱਜ ਦੀ ਗੱਲ ਜਿਹੜੀ ਹੈਗੀ ਕਿ ਬਾਬਾ ਸਾਹਿਬ ਨੇ ਸਾਡੇ ਵਾਸਤੇ, ਸਾਰਿਆਂ ਵਾਸਤੇ ਜਿਹੜਾ ਵਿਧਾਨ ਬਣਾਇਆ, ਸਾਂਝਾ ਬਣਾਇਆ। ਬਿਲਕੁਲ ਜੀ, ਸਾਂਝਾ ਬਣਾਇਆ, ਸਾਰਿਆਂ ਨੂੰ ਰਕਬੇ ਹੱਕ ਦਿੱਤੇ ਆ, ਨਾਰੀ ਨੂੰ ਉੱਚੀ ਬਣਾਇਆ। ਬਿਲਕੁਲ ਜੀ, ਬਹੁਤ ਮਿਹਰਬਾਨੀ। ਅੱਜ ਵੀ ਨਾਰੀ ਰੁਲ ਰਹੀ ਆ। ਹਾਂਜੀ, ਅੱਜ ਵੀ ਸਾਡੇ ਨਾਲ ਇੰਜ ਪ੍ਰਤੀਕਰ ਸਾਡੀਆਂ ਧੀਆਂ ਭੈਣਾਂ ਨੂੰ ਬੇਅਦਬੀ ਕੀਤੀ ਜਾਂਦੀ ਆ। ਅੱਜ ਵੀ ਵਿਧਾਨ ਨੂੰ ਤੋੜ ਮਰੋੜ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਹਾਂਜੀ, ਬਹੁਤ ਜੀ ਰਿਮਾਂਡ ਨੂੰ ਕੀਤਾ ਗਿਆ। ਵੈਰੀ ਗੁੱਡ, ਬਹੁਤ ਮਿਹਰਬਾਨੀ ਤੁਹਾਡੇ। ਕਦੇ ਰਾਮ ਦੀ ਰਿਮਾਂਡ ਨਹੀਂ ਸੀ ਲਿਖੀ ਜੀ, ਬਹੁਤ ਕੁਛ ਉਹਨੇ ਰਾਵਣ ਬਾਰੇ, ਸ਼ੰਭੂ ਬਾਰੇ, ਹੋਰ ਕਈਆਂ
ਮਤਲਬ ਵਿਧਾਨਤਾ ਦੇ ਕੇ ਜਗਾਇਆ ਦੁਨੀਆ ਨੂੰ। ਇਹਨਾਂ ਤੋੜ ਮਰੋੜ ਕਰ ਤੁਰ ਵੀ ਗਲਤ ਕੀਤਾ। ਬਾਬਾ ਸਾਹਿਬ ਦੇ ਮੈਦਾਨ ਤੇ ਵੀ ਅਟੈਕ ਕਰਦੇ ਆ। ਸੋ ਮੇਰਾ ਤਾਂ ਪੁੱਤ ਇਹੀ ਕਹਿਣਾ ਵੀ ਸਾਨੂੰ ਇੱਕ ਹੋਣ ਦੀ ਲੋੜ ਆ ਪਹਿਲਾਂ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡੇ ਮੈਂ ਕੋਲੋਂ। ਬੜੀ ਲਿਖੀ ਮੈਂ ਤੁਹਾਡੇ ਨਾਲ ਸਾਥ ਦਿੰਦੀ, ਮੈਂ ਸਮਝਦੀ ਹਾਂ, ਮੈਂ ਵੀ ਉੱਥੇ ਹੀ ਪੈਦਾ ਹੋ ਕੇ ਧੱਕੇ ਕਰਦੇ ਆ। ਬਹੁਤ ਮਿਹਰਬਾਨੀ। Okay. ਜਿਹੜੀ ਅੱਜ ਦੇ ਕਾਲ ਦੀ ਮੈਂ ਗੱਲ ਕਰਾਂ, ਇਹਨਾਂ ਦੀ ਜੋ ਸੁਣਿਆ, ਜੋ ਅਸੀਂ ਜਾਣਿਆ ਵੀ ਉਹਨਾਂ ਨੇ ਮਹਾਰਾਜ ਜੀ ਨੇ ਇਕੱਲੇ ਰਮਾਇਣ ਹੀ ਨਹੀਂ ਲਿਖੀ, ਹੋਰ ਵੀ ਬਹੁਤ ਕੁਝ ਲਿਖਿਆ ਜਿਹ 'ਤੇ ਅਟੈਕ ਹੋਇਆ। ਮੈਂ ਇਹੀ ਗੱਲ ਕਰਨੀ ਚਾਹੁੰਦਾ ਵੀ ਉਹ ਗੱਲਾਂ ਵੀ ਸਾਡੇ ਸਾਹਮਣੇ ਹੋਣੀਆਂ ਚਾਹੀਦੀਆਂ ਜੀ। ਆਪਣੇ ਫਿਰ ਗੱਲਾਂ ਅਸਲ 'ਚ ਕੀ ਹੁੰਦੀਆਂ, ਜਦੋਂ ਅਸੀਂ ਰਮਾਇਣ ਦੀ ਗੱਲ ਕਰਾਂਗੇ ਤਾਂ ਰਾਮ ਰਾਜ ਦੀ ਗੱਲ ਆਏਗੀ, ਤੇ ਸਾਡੇ ਮੇਰੀ ਭੈਣ ਨੂੰ, ਮੇਰੀ ਮਾਂ ਨੂੰ, ਬੀਬੀ ਨੂੰ, ਉਹਨਾਂ ਨੂੰ ਸਾਡੇ ਲਈ ਬਹੁਤ ਕੁਝ ਸੋਚਣਾ। ਜੇ ਅਸੀਂ ਰਮਾਇਣ ਦੀ ਗੱਲ ਕਰਾਂਗੇ, ਵਾਲਮੀਕੀ ਦੀ ਗੱਲ ਕਰਾਂਗੇ, ਰਮਾਇਣ ਦੀ ਗੱਲ ਆਏਗੀ, ਰਮਾਇਣ ਦੀ ਗੱਲ ਆਏਗੀ ਤਾਂ ਰਾਮ ਰਾਜ ਦੀ ਗੱਲ ਆਏਗੀ। ਅਸੀਂ ਇਸ 'ਚੋਂ ਕਿਸ ਤਰ੍ਹਾਂ, ਇਹ 'ਚੋਂ ਕਿਹੜੀ ਗੱਲ ਸਹੀ ਹੋਊਗੀ, ਸਾਡਾ ਆਪਣਾ ਸਾਰਿਆਂ ਲਈ ਸੋਚਣ ਦਾ ਇਹ ਇਸ਼ੂ ਹੈਗਾ। ਜਿਹੜੀ ਗੱਲ ਆਪਾਂ ਮੁੜ ਕੇ ਜਾਂਦੇ, ਮੇਰੀ ਗੱਲ ਸ਼ੁਰੂ ਨਹੀਂ ਹੋਈ ਵੀ ਜਿਹੜੀ ਮਨੂ ਸਮ੍ਰਿਤੀ ਹੈਗੀ ਆ, ਇਹ 2 ਲਫ਼ਜ਼ਾਂ ਦੀ ਬਣੀ ਆ। ਮਨੂ ਇੱਕ ਫਿਲਾਸਫਰ, ਇੱਕ ਵਿਦਵਾਨ ਹੋਇਆ ਸੀ, ਤੇ ਸਮ੍ਰਿਤੀ ਆਪਾਂ ਇਹਨੂੰ ਕਹਿੰਦੇ ਆ ਨਾ, ਸਮ੍ਰਿਤੀ ਦਾ ਮਤਲਬ ਆਰਟੀਕਲ ਜਾਂ ਧਾਰਾਵਾਂ ਹੁੰਦੀਆਂ ਜੀ। ਜਿਸ ਤਰ੍ਹਾਂ ਉਹਨਾਂ ਇਹ ਮਨੂ ਨੇ ਇੱਕ ਸੰਵਿਧਾਨ ਬਣਾਇਆ, ਇੱਕ ਕਾਨੂੰਨ ਬਣਾਏ ਵਿਧਾਨ। ਹਾਂ, ਜਦੋਂ ਆਰੀਅਨ ਇੰਡੀਆ ਦੇ ਵਿੱਚ ਆ ਕੇ, ਪੰਜਾਬ ਦੇ ਵਿੱਚ ਆ ਕੇ, ਸਿੰਧ ਘਾਟੀ ਦੇ ਵਿੱਚ ਆ ਕੇ ਬੈਠਣੇ ਸ਼ੁਰੂ ਹੋਏ ਸੀ, ਉਸ ਤਰ੍ਹਾਂ ਉਸ ਦੇ ਵਿੱਚੋਂ ਉਹਨਾਂ ਦੀ ਜਦੋਂ ਉਹਨਾਂ ਨੂੰ ਬੈਠਣ ਦਾ ਟਾਈਮ ਆ ਗਿਆ ਤਾਂ ਉਹਨਾਂ ਨੂੰ ਲੋੜ ਮਹਿਸੂਸ ਹੋਈ ਕਿ ਅਸੀਂ ਆਪਣੀ ਪਕੜ ਨੂੰ, ਜਕੜ ਨੂੰ ਕਿਸ ਤਰ੍ਹਾਂ ਸਦਾ ਲਈ ਇਕੱਠਾ ਇਹਨੂੰ ਪੱਕਾ ਕਰ ਸਕਦੇ ਹਾਂ। ਉਸ ਦੇ ਵਿੱਚੋਂ ਉਹਨਾਂ ਨੇ ਮਨੂ ਨੂੰ ਮੂਹਰੇ ਲਿਆਂਦਾ। ਮਨੂ ਨੂੰ ਮੂਹਰੇ ਲਿਆ ਕੇ ਮਨੂ ਨੇ ਆਪ ਤੇ ਉਹਦੇ ਨਾਲ, ਜਿਸ ਤਰ੍ਹਾਂ ਪੜ੍ਹਦੇ ਆ ਕਿ ਇੱਕ ਭ੍ਰਿਗੂ ਨਾਂ ਦਾ ਉਹਦਾ ਚੇਲਾ ਸੀ, ਉਹਨਾਂ ਨੇ ਇਹ ਮਨੂ ਸਮ੍ਰਿਤੀ ਲਿਖੀ ਆ। ਮਨੂ ਸਮ੍ਰਿਤੀ ਕੀ ਆ? ਇਹ ਇੱਕ ਉਸ ਟਾਈਮ ਮਨੂ ਨੇ ਕਿ ਆ ਜਿਹੜੀ ਕਾਇਨਾਤ ਆ ਇਹ ਕਿਸ ਤਰ੍ਹਾਂ ਬਣੀ ਆ, ਬ੍ਰਹਮਾ ਨੇ ਕਿਸ ਤਰ੍ਹਾਂ ਇਸ ਨੂੰ, ਕਾਇਨਾਤ ਨੂੰ ਬਣਾਇਆ, ਤੇ ਕਿਸ ਤਰ੍ਹਾਂ ਜਿਹੜਾ ਆਪਣਾ ਸਮਾਜ ਆ ਜਿਸ ਵਿੱਚ ਜਿਹੜਾ ਅੱਜ ਤੱਕ ਸਾਨੂੰ ਅਸੀਂ ਜਿਹਦੇ ਵਿੱਚ ਜਕੜੇ ਹੋਏ ਆ, ਇਹ ਉਸ ਮਨੂ ਸਮ੍ਰਿਤੀ ਦੀ ਦੇਣ ਹੈਗੀ ਆ। ਕਿ ਉਸ ਨੇ ਮਨੂ ਸਮ੍ਰਿਤੀ ਦੇ ਵਿੱਚੋਂ ਨੇ ਇਹ ਦਿੱਤਾ ਕਿ ਬ੍ਰਹਮਾ ਨੇ ਆਪਣੇ ਸਿਰ ਦੇ ਵਿੱਚੋਂ ਉਸ ਨੇ ਬ੍ਰਾਹਮਣ ਨੂੰ ਪੈਦਾ ਕੀਤਾ। ਉਸ ਦੀਆਂ ਇਹ ਮਿਥਿਓਲੋਜੀ, ਜਿਹੜੀ ਸਾਡੇ ਅਸੀਂ ਮਿਥਿਓਲੋਜੀ ਕਹਿੰਦੇ ਆ, ਮਿਥਿਹਾਸ ਹੈ ਇਹ, ਤੇ ਜਿਹੜਾ ਕਿ ਇਹ ਹੋ ਨਹੀਂ ਸਕਦਾ, ਪਰ ਆਪਣੇ ਆਪਣੇ ਵਿਚਾਰ ਨੇ। ਉਸ ਨੇ ਕਿ ਬ੍ਰਾਹਮਣ ਨੇ, ਜਿਹੜਾ ਬ੍ਰਹਮਾ ਆ, ਉਸਨੇ ਆਪਣੇ ਸਿਰ ਦੇ ਵਿੱਚੋਂ ਬ੍ਰਾਹਮਣ ਨੂੰ ਪੈਦਾ ਕੀਤਾ। ਬ੍ਰਾਹਮਣ ਹਾਂਜੀ। ਹੈਲੋ ਜੀ, ਜੈ ਗੁਰਦੇਵ ਜੀ। ਮੈਂ ਧਰਮਚੰਦ ਮਹਿਰ ਬੋਲਦਾ ਜੀ। ਹਾਂਜੀ ਧਰਮਚੰਦ ਮਹਿਰ। ਹਾਂਜੀ ਮਹਿਰ ਜੀ, ਹਾਂਜੀ ਮਹਿਰ ਸਾਹਿਬ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਮੈਂ ਤੁਹਾਡਾ ਬੜਾ ਟਾਈਮ ਲੈਣ ਕੇ, ਬਹੁਤ ਕੀਮਤੀ ਟਾਈਮ ਹੈ। ਸਾਡੀ ਡਿਸਕਸ਼ਨ ਬਹੁਤ ਵਧੀਆ ਜੀ। ਔਰ ਭਗਵੰਤ ਜੀ, ਤੁਸੀਂ ਔਰ ਮੇਰੇ ਛੋਟੇ ਵੀਰ ਜੀ ਬਹੁਤ ਵਧੀਆ ਸੀ ਗੱਲ ਕਰ ਰਹੇ ਤੇ ਤੁਹਾਨੂੰ ਮੁਬਾਰਕਬਾਦ। ਬੜੀ ਟੀਮ ਜਿਹੜੀ ਹੈਗੀ ਆ ਬਹੁਤ ਸ਼ਲਾਘਾ ਜੋ ਕੰਮ ਕਰ ਰਹੀ ਆ। ਆਪਾਂ ਸਾਰੇ ਕੋਸ਼ਿਸ਼ ਕਰਦੇ ਹਾਂ ਜਾਗਰੂਕਤੀ ਪੈਦਾ ਕਰਨ ਦੀ, ਲੋਕਾਂ ਵਿੱਚ ਜਿੰਨਾ ਜ਼ਿਆਦਾ ਜਾਣਕਾਰੀ ਆਪਾਂ ਪਹੁੰਚਾ ਸਕਦੇ ਉਹ ਪਹੁੰਚਾਈਏ ਤਾਂ ਕਿ ਕੋਈ ਨਾ ਕੋਈ ਬੰਦਾ ਐਜੂਕੇਟ ਹੋ ਸਕੇ। ਬਿਲਕੁਲ। ਸਾਡੀ ਜਿੰਨੀ ਵੀ ਸਾਡੀ ਗਿਰਾਵਟ ਦੀ ਜਿਹੜੀ ਵਜ੍ਹਾ ਆ, ਜਿਹੜਾ ਕਾਰਨ ਉਹ ਇਹੀ ਆ ਕਿ ਬਹੁਤ ਚਿਰ ਅਸੀਂ ਸਾਡੇ ਕੋਲ ਪੜ੍ਹਾਈ ਖੁੱਸ ਗਈ, ਅਸੀਂ ਪੜ੍ਹ ਨਹੀਂ ਸਕੇ, ਸਾਡੇ ਤੱਕ ਪ੍ਰਚਾਰ ਨਹੀਂ ਪਹੁੰਚਿਆ। ਇਸ ਕਰਕੇ ਅਸੀਂ ਵੰਡੇ ਵੀ ਗਏ ਔਰ ਸਾਡੇ 'ਤੇ ਗਰੀਬੀ ਵੀ ਆਈ ਔਰ ਸਾਨੂੰ ਪਿੱਛੇ ਧੱਕਾ ਲਾਉਣ ਲਈ ਬੜਾ ਆਸਾਨ ਹੋ ਗਿਆ ਉਹਨਾਂ ਵਾਸਤੇ। ਬਿਲਕੁਲ। ਇਸ ਕਰਕੇ ਤੁਸੀਂ ਕੰਮ ਕਰ ਰਹੇ, ਲੋਕਾਂ ਨੂੰ ਜਾਗਰੂਕ ਕਰਨ ਦਾ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਕੀ ਵੀ ਚੌਕ। ਥੈਂਕ ਯੂ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਮਹੇਸ਼ ਸਾਹਿਬ ਜੀ। ਹਾਂ, ਜਿਹੜੇ ਅਸਲ ਦੇ ਵਿੱਚ ਆਪਾਂ ਨੂੰ ਜਿਹੜਾ ਵੱਡੀ ਪਿਕਚਰ 'ਤੇ ਦੇਖਣਾ ਪੈਣਾ ਵੀ ਜਿਹੜਾ ਅਸਲ 'ਚ ਜਦੋਂ ਆਰੀਅਨ ਇੰਡੀਆ ਦੇ ਵਿੱਚ ਆਏ, ਭਾਰਤ ਦੇ ਵਿੱਚ ਆਏ, ਉਹਨਾਂ ਨੇ ਸਾਨੂੰ ਹਮੇਸ਼ਾ ਲਈ ਕੰਟਰੋਲ ਕਰਨ ਲਈ ਜਿਹੜਾ ਇੱਕ ਰੂਪ ਰਚਨਾ ਦਿੱਤੀ ਆ, ਉਹ ਮਨੂ ਸਮ੍ਰਿਤੀ ਆ ਜੀ। ਕਿਸੇ ਬੰਦੇ ਨੂੰ ਤੁਸੀਂ ਜਿਸ ਤਰ੍ਹਾਂ ਧੱਕੇ ਨਾਲ, ਜ਼ੋਰ ਨਾਲ ਥੋੜ੍ਹੇ ਚਿਰ ਲਈ ਦਬ ਕੇ ਰੱਖ ਸਕਦੇ ਹੋ, ਪਰ ਕਿਸੇ ਬੰਦੇ ਨੂੰ ਮਾਨਸਿਕ ਗੁਲਾਮ ਬਣਾ ਕੇ ਰੱਖਣਾ ਉਹ ਬਹੁਤ ਜ਼ਰੂਰੀ ਹੈ। ਤੁਸੀਂ ਕਿ ਮਾਨਸਿਕ ਗੁਲਾਮ ਬਣਾ ਲਓ ਤਾਂ ਉਹ ਤੁਹਾਡਾ ਹਮੇਸ਼ਾ ਲਈ ਤੁਹਾਡੇ ਨਾਲ ਗੁਲਾਮ ਚੱਲਿਆ ਆਉਂਦਾ। ਜਿਹੜੀ ਕਿ ਮਨੂ ਸਮ੍ਰਿਤੀ ਨੇ ਜਿਹੜੀ ਸਾਨੂੰ ਦਿੱਤੀ ਆ, ਉਹ ਗੁਲਾਮੀ ਇਸ ਵਕਤ ਅਸੀਂ ਉਸ ਤੋਂ ਵੀ ਨਿਕਲਦੇ ਪਏ ਹਾਂ, ਪਰ ਹਜੇ ਵੀ ਸਾਡਾ ਬਹੁਤ ਵੱਡਾ ਸਮਾਜ ਹੈ ਜਿਹੜਾ ਅੱਜ ਵੀ ਉਹ ਮਾਨਸਿਕ ਤੌਰ 'ਤੇ ਉਹਨਾਂ ਦਾ ਗੁਲਾਮ ਹੈ। ਕਿ ਆਦਮੀ ਇਹ ਸੋਚਦੇ ਨਹੀਂ ਕਿ ਸਾਡੇ ਪਿੰਡਾਂ ਦੇ ਵਿੱਚ ਆਪਾਂ, ਪੰਜਾਬ ਦੇ ਵਿੱਚ ਆਪਾਂ ਲੋਕ ਰਹਿੰਦੇ, ਆਪਾਂ ਪੰਜਾਬੀ ਆ, ਆਪਣਾ ਜਿਹੜਾ ਸੋਚਣ ਦਾ ਆਪਣਾ ਕਲਚਰ ਅਲੱਗ ਆ। ਆਪਾਂ ਨੂੰ ਇਹ ਲੱਗਦਾ ਵੀ ਜਾਤਾਂ ਪਾਤਾਂ ਖਤਮ ਹੋ ਗਈਆਂ ਆ ਜਾਂ ਘਟ ਗਈਆਂ ਆ, ਘੱਟੋ ਘੱਟ ਛੂਆ-ਛੂਤ ਪੰਜਾਬ ਦੇ ਵਿੱਚ ਨਹੀਂ ਆ। ਪਰ ਜਦੋਂ ਆਪਾਂ ਅੱਗੇ ਗੱਲ ਕਰਦੇ ਹੁੰਦੇ ਕਿ ਫਿਰ ਇੱਧਰ ਪੰਜਾਬ ਤੋਂ ਬਾਹਰ ਨਿਕਲੋ ਤਾਂ ਤੁਹਾਨੂੰ ਪਤਾ ਲੱਗਦਾ ਵੀ ਮਨੂ ਸਮ੍ਰਿਤੀ ਨੇ ਹੁਣ ਤੱਕ ਪੰਜਾਬ, ਜੇ ਤੁਸੀਂ ਦੁਆਬੇ ਦੀ ਗੱਲ ਕਰੋ ਛੱਡ ਲਓ ਤੇ ਪੰਜਾਬ ਦੇ ਵਿੱਚ ਵੀ ਬਹੁਤ ਹੈ। ਹਾਂਜੀ ਬਿਲਕੁਲ, ਉਹ ਕਹਿੰਦੇ ਮੋਗਾ ਸਾਈਡ ਜਾਓ, ਫਿਰੋਜ਼ਪੁਰ ਸਾਈਡ, ਬਿਲਕੁਲ। ਤੇ ਇਹ ਬਲਕਿ ਹਾਲਾਂਕਿ ਉਹ ਜਦੋਂ ਤੁਸੀਂ
ਇਸ ਨੂੰ ਮਹਿਸੂਸ ਕਰਦੇ ਹੋ ਪੰਜਾਬ ਦੇ ਵਿੱਚ ਇੰਨੀ ਆ, ਪਰ ਜਦੋਂ ਤੁਸੀਂ ਦਿੱਲੀ ਲੰਘ ਜਾਓ ਜਾਂ ਹਰਿਆਣਾ ਟੱਪ ਜਾਓ, ਘੱਟੋ ਘੱਟ ਅੰਬਾਲਾ ਟੱਪ ਜਾਓ, ਤੁਹਾਨੂੰ ਇਸ ਦੀ ਜਿਹੜੀ ਸੱਟ ਹੈ ਮਹਿਸੂਸ ਹੋਣੀ ਪੈਂਦੀ ਹੈ। ਆਪਣੀ ਮਨੂ ਸਮਿਰਤੀ ਦੇ ਵਿੱਚ ਹੈਗੀ ਆ ਵੀ ਜਿਹੜੀ ਗੱਲ ਸੀ ਵੀ ਉਸ ਨੇ ਜਿਹੜਾ ਮਨੂ ਸੀ ਉਸ ਨੇ ਸਮਾਜ ਨੂੰ ਇੰਨੀ ਬੁਰੀ ਤਰ੍ਹਾਂ ਵੰਡਿਆ, ਜਿਹੜਾ ਅੱਜ ਲਗਭਗ ਮਨੂ ਸਮਿਰਤੀ ਦੀ ਜਿਹੜੀ ਇਤਿਹਾਸ ਆ ਉਹ 2000 ਸਾਲ ਪੁਰਾਣਾ ਦੱਸਿਆ ਜਾਂਦਾ। ਕੋਈ ਪੱਕੀ ਡੇਟ ਨਹੀਂ ਹੈ, ਕਿਸੇ ਨੂੰ ਅਜੇ ਤੱਕ ਪਤਾ ਲੱਗਿਆ ਵੀ 3000 ਸਾਲ ਪਹਿਲਾਂ ਲਿਖੀ ਆ, ਸ਼ਾਸਤਰ ਜਿਹੜੇ ਵੇਦ ਨੇ ਉਹਨਾਂ ਦੇ ਨਾਲ ਲਿਖੀ ਆ, ਵੇਦਾਂ ਤੋਂ ਬਾਅਦ ਲਿਖੀ ਆ। ਇਸ ਦੇ ਬਾਰੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਨੇ, ਤੇ ਉਹਨਾਂ ਦੇ ਵਿੱਚੋਂ ਜਿਹੜੀ ਮੇਨ ਜਿਹੜੀ ਚੀਜ਼ ਸਾਡੇ ਲਈ ਦੇਖਣ ਵਾਲੀ ਆ ਕਿ ਇਸ ਨੇ ਜਿਹੜਾ ਸਾਡਾ ਸਮਾਜ ਹੈ ਉਹ ਅੱਜ ਤੱਕ ਇੰਨੀ ਬੁਰੀ ਤਰ੍ਹਾਂ ਵੰਡਿਆ ਹੋਇਆ ਕਿ ਅਸੀਂ ਦਲਿਤ ਕਹਾਉਂਦੇ ਆਪਣੇ ਆਪ ਨੂੰ, ਐਸਸੀ ਕਹਾਉਂਦੇ ਆ, ਦਬਲੇ ਕੁਚਲੇ ਕਹਾਉਂਦੇ ਆ, ਮਜ਼ਦੂਰ ਕਹਾਉਂਦੇ ਆ। ਅਸੀਂ ਵੀ ਇੱਕ ਜਾਤਾਂ ਦੇ ਇੱਕ ਜਾਤ ਦੇ ਵਿੱਚ ਗਾਹਾਂ ਜਾਤਾਂ ਗੋਤਾਂ ਦੇ ਉੱਤੇ ਬੇਸ 'ਤੇ ਵੰਡ ਕੇ ਅਸੀਂ ਬੈਠੇ ਹਾਂ। ਇਸ ਨਾਲ ਅਸੀਂ ਵੀ ਆਪਣੇ ਬੱਚੇ ਵਿਆਹੁਣ ਨੂੰ ਇੱਕ ਦੂਜੇ ਤੋਂ ਗੁਰੇਜ਼ ਕਰਦੇ ਹਾਂ। ਬਿਲਕੁਲ ਸਾਡੇ ਸਮਾਜ ਦੇ ਵਿੱਚ ਉਹ ਜਿਹੜੀ ਅਸਲ 'ਚ ਮਨੂ ਸਮਿਰਤੀ ਆ ਉਸਨੇ ਇੰਨੀ ਬੁਰੀ ਤਰ੍ਹਾਂ ਸਾਨੂੰ ਜਕੜਿਆ ਹੋਇਆ ਮਾਨਸਿਕ ਤੌਰ 'ਤੇ, ਜਿਹੜਾ ਕਿ ਬਹੁਤ ਹੈ। ਉਸ ਦੇ ਵਿੱਚ ਐਕਚੁਅਲ 'ਚ ਜਿਹੜੀ ਮਨੂ ਸਮਿਰਤੀ ਆ ਉਹਦਾ ਵੱਡਾ ਲੋੜ ਮਹਿਸੂਸ ਉਦੋਂ ਹੋਈ ਜਦੋਂ ਬੁੱਧ ਧਰਮ ਆਪਣਾ ਅਗਾਂਹ ਪੂਰਾ ਤਾਕਤ ਦੇ ਵਿੱਚ ਵਧਣ ਲੱਗਿਆ। ਲਗਭਗ ਉਸ ਤੋਂ 400-500 ਸਾਲ ਦੇ ਬਾਅਦ ਇਸ ਨੂੰ ਇਹ ਸੋਚਿਆ ਜਾਂਦਾ ਮਨੂ ਸਮਿਰਤੀ ਲਿਖਣ ਦੀ ਲੋੜ ਮਹਿਸੂਸ ਹੋਈ। ਜਿਹੜਾ ਪੁਸ਼ਪਚਾਰਿਆ ਜਿਹੜਾ ਸੀਗਾ ਉਸ ਟਾਈਮ ਦਾ ਰਾਜਾ, ਉਸ ਨੇ ਮਨੂ ਨੂੰ ਇਹ ਗੱਲ ਦਾ ਦਿੱਤਾ। ਤੇ ਕਿਉਂਕਿ ਬੁੱਧ ਧਰਮ ਦੇ ਵਿੱਚ ਜਿਹੜੀ ਚੰਗਿਆਈਆਂ ਸੀ, ਜਿਹੜੀਆਂ ਉਸ ਟਾਈਮ ਦਾ ਮਾਡਰਨ ਧਰਮ, ਅੱਜ ਵੀ ਮਾਡਰਨ ਧਰਮ ਨੇ, ਤੇ ਉਹਨਾਂ ਨੇ ਜਿਹੜਾ ਲੋਕਾਂ ਦੀ ਜ਼ਿੰਦਗੀ ਦੇ ਉਹਨਾਂ ਜਿਹੜਾ ਉਹ ਜਿਸ ਤਰ੍ਹਾਂ ਦੀ ਬਣਤਰ ਉਹ ਚਾਹੁੰਦੇ ਸੀ, ਜਿੱਦਾਂ ਲੋਕਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਸੀ, ਉਸ ਦੇ ਵਿੱਚੋਂ ਉਹ ਕੱਢਦੇ ਸੀ। ਤੇ ਉਸ ਦੇ ਲੋੜ ਦੇ ਵਿੱਚੋਂ ਮਹਿਸੂਸ ਹੋ ਕੇ ਉਹਨਾਂ ਨੇ ਇਸ ਮਨੂ ਸਮਿਰਤੀ ਨੂੰ ਮੂਹਰੇ ਲਿਆਂਦਾ ਆ, ਜਿਹੜਾ ਕਿ ਉਸ ਟਾਈਮ ਦੇ ਵਿੱਚ ਉਹਨਾਂ ਦੀ ਲੋੜ ਸੀ। ਔਰ ਇਹ ਇਸ ਤਰ੍ਹਾਂ ਦੀ ਮਨੂ ਸਮਿਰਤੀ ਦੇ ਨਾਲ ਦੀ ਭੈੜੀ ਕਿਤਾਬ ਦੁਨੀਆ ਦੇ ਵਿੱਚ ਸ਼ਾਇਦ ਹੀ ਕਿਤੇ ਹੋਵੇ, ਨਹੀਂ ਤਾਂ ਇੱਕ ਪੜ੍ਹੇ ਲਿਖੇ ਇਨਸਾਨ ਡਾਕਟਰ ਅੰਬੇਦਕਰ ਉਹਨਾਂ ਨੂੰ ਉਸ ਨੂੰ ਜਾਣਨ ਦੀ ਲੋੜ ਨਹੀਂ ਸੀ, ਔਰ ਉਹ ਜਾਣਨਾ ਉਹਨਾਂ ਲਈ ਬਹੁਤ ਜ਼ਰੂਰੀ ਸੀ। ਉਹ ਇੱਕ ਅਸਲ ਦੇ ਵਿੱਚ ਲੋਕਾਂ ਦੇ ਵਿੱਚ ਜਾਣਨੇ ਦੇ ਨਾਲ ਲੋਕਾਂ ਦੇ ਵਿੱਚ ਇੱਕ ਪ੍ਰਵਿਰਤੀ ਪੈਦਾ ਹੋਈ ਆ ਵੀ ਉਹ ਸਮਿਰਤੀਆਂ, ਉਹ ਕਾਨੂੰਨ ਜਿਹੜੇ ਲੋਕਾਂ ਨੂੰ ਦੱਬੀ ਰੱਖਦੇ ਸੀਗੇ, ਉਹਨਾਂ ਨੂੰ ਜਾਣਨੇ ਵਾਲਾ ਵੀ ਕੋਈ ਹੈ, ਜਿਹੜਾ ਬਹੁਤ ਵੱਡਾ ਹਲਾਰਾ ਸੀ ਸਾਡੇ ਲੋਕਾਂ ਲਈ। ਔਰ ਜਿਹੜਾ ਉਹ ਕੰਮ ਕੀਤਾ ਉਸ ਹਲਾਰੇ ਨੇ, ਜਿਹੜਾ ਅੱਜ ਤੱਕ ਸਾਡੇ ਲੋਕ ਜੇ ਕੁਛ ਸਾਨੂੰ ਹੱਕ ਮਿਲੇ ਨੇ ਜਾਂ ਅਸੀਂ ਆਪਣੇ ਆਪ ਨੂੰ ਮਹਿਸੂਸ ਕੀਤਾ ਕਿ ਨਹੀਂ ਅਸੀਂ ਪੈਰਾਂ 'ਚ ਨਹੀਂ ਬੈਠਣਾ, ਉਹ ਉਸ ਮਨੂ ਸਮਿਰਤੀ ਜਾਣਨ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਗੱਲ ਦਾ ਪੈਦਾ ਹੋਇਆ ਕਿ ਇੱਕ ਇਨਸਾਨ ਉਹਨੂੰ ਜਾਣ ਵੀ ਸਕਦਾ, ਜਿਹੜਾ ਸਾਡੇ ਲਈ ਇੱਕ ਬਹੁਤ ਹੌਸਲਾ ਦੇਣ ਵਾਲੀ ਗੱਲ ਸੀਗੀ। ਤੇ ਉਹ ਗੱਲ ਬਹੁਤ ਹੀ ਵਧੀਆ ਕੀਤੀ ਉਸ ਟਾਈਮ ਦੇ ਵਿੱਚ ਉਹਨਾਂ ਨੇ, ਤੇ ਜਿਹੜੀ ਕਿ ਸਾਨੂੰ ਇਹ ਮੰਨਣੀ ਚਾਹੀਦਾ ਕਿ ਉਹ ਬਹੁਤ ਵੱਡਾ ਐਕਟ ਸੀ। ਤੇ ਅੱਜ ਜਿਹੜਾ ਮੁੜ ਕੇ ਆ, ਅੱਜ ਜਿਹੜਾ ਭਾਜਪਾ ਕਹਿ ਲਓ, ਜੋ ਇੰਡੀਆ ਦੀ ਸਰਕਾਰ ਹੈਗੀ ਆ, ਜਾਂ ਉਸ ਜਿਹੜਾ ਉਹ ਇਸ ਤਰ੍ਹਾਂ ਸਮਾਜ ਮੁੜ ਕੇ ਲਿਆਉਣਾ ਚਾਹੁੰਦੇ ਆ ਜਿਸ ਤਰ੍ਹਾਂ ਦਾ ਸਮਾਜ ਅੱਜ ਤੋਂ 2000 ਸਾਲ ਪਹਿਲਾਂ 500 ਸਾਲ ਪਹਿਲਾਂ ਸੀ ਜੀ। ਉਹ ਮੁੜ ਕੇ ਮਨੂ ਸਮਿਰਤੀ ਨੂੰ, ਕਿਉਂ ਉਹਨਾਂ ਨੂੰ ਅੱਜ ਉਹਨਾਂ ਕੋਲ ਤਾਕਤ ਆ, ਉਹ ਚਾਹੁੰਦੇ ਕਿ ਮਨੂ ਸਮਿਰਤੀ ਮੁੜ ਕੇ ਲਿਆਂਦੀ ਜਾਵੇ। ਮੇਰੇ ਵੀਰਾਂ ਨੂੰ ਸ਼ਾਇਦ ਪਤਾ ਵੀ ਹੋਵੇ ਵੀ ਉਹਨਾਂ ਨੇ ਸੰਵਿਧਾਨ ਦੀ ਬਣਾਇਆ, ਇੱਕ ਆਪਣਾ ਸੰਵਿਧਾਨ ਬਣਾਇਆ। ਬੇਸ਼ੱਕ ਉਹ ਸੰਵਿਧਾਨ ਮੌਜੂਦਾ ਸੰਵਿਧਾਨ ਹੈ, ਪਰ ਉਸ ਦੇ ਜਿਹੜਾ ਇੱਕ ਪੇਜ ਆ, ਹਰੇਕ ਪੇਜ ਦੇ ਉੱਤੇ ਉਹਨਾਂ ਨੇ ਆਪਣੀ ਹਿੰਦੂਇਜ਼ਮ ਦੀ ਕੋਈ ਨਾ ਕੋਈ ਤਸਵੀਰ ਉੱਤੇ ਲਾ ਕੇ ਉਸ ਨੂੰ ਸਜਾ ਕੇ ਉਸ ਤੋਂ ਅੱਗੇ ਉਸ ਦੀ ਗੱਲ ਕਰਦੇ ਨੇ, ਜਿਹੜਾ ਕਿ ਉਹ ਜਿਹੜੀ ਸੰਵਿਧਾਨ ਦੀ ਰੂਹ ਆ, ਉਹਦੀ ਜਿਹੜੀ ਸਪਿਰਿਟ ਆ, ਰੂਹ ਦਾ ਮਤਲਬ ਮੈਂ ਧਾਰਮਿਕ ਪੱਖੋਂ ਨਹੀਂ ਕਹਿੰਦਾ, ਜਿਹੜੀ ਆਪਾਂ ਗੱਲ ਨੂੰ ਸਮਝਦੇ, ਜਿਹੜਾ ਮੇਨ ਉਹਦਾ ਅਸਲ 'ਚ ਰਸ ਹੈ, ਜੇਕਰ ਉਸ ਨੂੰ ਮਾਰਨਾ ਚਾਹੁੰਦੇ ਨੇ ਉਹ, ਤੇ ਉਹ ਉੱਤੇ ਫੋਟੋਆਂ ਲਾ ਕੇ। ਭਗਵੰਤ ਜੀ, ਜੇ ਅਸੀਂ ਮੋਟੀ ਗੱਲ ਕਰ ਲਈਏ ਕਿ ਜਿਹੜੀ ਮਨੂ ਸਮਿਰਤੀ ਆ ਉਹਦੇ ਵਿੱਚ ਕੀ ਆ, ਉਹਦੇ ਵਿੱਚ ਹੈ ਵੀ ਜਿਹੜੇ ਸ਼ੂਦਰ ਲੋਕ ਆ, ਦਲਿਤ ਸਮਾਜ ਦੇ ਲੋਕ ਆ, ਉਹ ਆਪਣਾ ਘਰ ਘਾਟ ਨਹੀਂ ਲੈ ਸਕਦੇ। ਉਹ ਝੂਠ ਖਾਣਗੇ, ਆਪਣਾ ਘਰ ਨਹੀਂ ਬਣਾਉਣ, ਆਪਣਾ ਘਰ ਵਿੱਚ ਖਾਣਾ ਬਣਾ ਕੇ ਨਹੀਂ ਖਾਣਗੇ, ਉਹ ਝੂਠਾ ਖਾਣਗੇ। ਉਹਨਾਂ ਕੋਲ ਕੋਈ ਜਾਇਦਾਦ ਨਹੀਂ ਹੋਏਗੀ, ਉਹ ਕੁੱਤੇ ਤੇ ਗਧੇ ਤੇ ਸੂਰ ਦੇ ਸਮਾਨ ਹੋਣਗੇ। ਉਹਨਾਂ ਦੀ ਜਾਇਦਾਦ ਕੁੱਤਾ, ਗਧਾ ਤੇ ਸੂਰ, ਇਹ ਉਹਨਾਂ ਕੋਲ ਇਕੱਲੀ ਜਾਇਦਾਦ ਹੋਏਗੀ। ਔਰ ਉਹ ਪਿੰਡਾਂ ਦੇ ਬਾਹਰ ਰਹਿਣਗੇ, ਤੇ ਔਰਤ ਸ਼ਸਤਰ ਰੱਖਣ ਉਹਦੇ ਵਿੱਚ ਸ਼ਸਤਰ ਵੀ, ਔਰਤ ਜਿਹੜੀ ਆ ਕਿਸੇ ਵੀ ਕੋਈ ਵੀ ਔਰਤ ਭਾਵੇਂ ਉਹਨਾਂ ਦੀ ਹੋਵੇ ਚਾਹੇ ਕਿਸੇ ਔਰਤ ਨੂੰ ਪੜ੍ਹਨ ਦਾ ਰਾਈਟ ਨਹੀਂ ਹੋਏਗਾ। ਤੇ ਰੱਬ ਦਾ ਨਾਂ ਜੇ ਕਿਸੇ ਨੇ ਸੁਣ ਲਿਆ ਉਹਦੇ ਕੰਨਾਂ 'ਚ ਸਿੱਕਾ ਪਾਇਆ ਜਾਏਗਾ। ਜੇ ਕਿਸੇ ਨੇ ਰੱਬ ਦਾ ਨਾਂ ਲੈ ਲਿਆ ਤਾਂ ਉਹਦੀ ਜੀਭ ਵੱਢੀ ਜਾਏਗੀ। ਜੇ ਕਿਤੇ ਉੱਚੀ ਜਗ੍ਹਾ 'ਤੇ ਬੈਠੂਗਾ ਤਾਂ ਉਹਦੇ ਜਿਹੜੇ ਪੁੜਪੁੜੇ ਉਹਨਾਂ 'ਤੇ ਗਰਮ ਸਲਾਖਾਂ ਲਈਆਂ ਜਾਣਗੀਆਂ। ਤਾਂ ਜੇ ਉਹ ਕਿਸੇ ਮੰਦਿਰ 'ਚ ਵੜ ਗਿਆ ਤਾਂ ਉਹਨੂੰ
ਤੇਲ ਦੇ ਕੜਾਹੇ ਦੇ ਵਿੱਚ ਜਾ ਕੇ ਸੁੱਟ ਦਿੱਤਾ ਜਾਏਗਾ। ਇਸ ਤੋਂ ਬਾਅਦ ਉਹ ਅਗਰ ਤੁਰੇਗਾ, ਪਹਿਲਾਂ ਤਾਂ ਉਹ ਬਾਹਰ ਨਹੀਂ ਘਰੋਂ ਨਿਕਲੇਗਾ, ਜਦੋਂ ਸੂਰਜ ਐ ਨਾ ਸਿਰ 'ਤੇ ਹੋਏਗਾ ਉਦੋਂ ਬਾਹਰ ਨਿਕਲੇਗਾ ਔਰ ਉਹਦੇ ਆਪਣੇ ਪਰਛਾਵੇਂ ਦੇ ਥੱਲੇ ਥੱਲੇ ਉਹਨੂੰ ਤੁਰਨਾ ਆ। ਉਦੋਂ ਬਾਅਦ ਜੇਕਰ ਉਹ ਆਇਆ ਵੀ ਦੁਪਹਿਰ ਨੂੰ ਤਾਂ ਉਹਨੇ ਆਪਣੀ ਆਵਾਜ਼ ਦੇਣੀ, ਆਪਣਾ ਨਾਂ ਬੋਲਦੇ ਜਾਣਾ, ਜਿੱਥੇ ਬਣਨਾ ਜਾਣਾ। ਹਾਂ, ਉਸ ਤੋਂ ਬਾਅਦ ਜੇ ਪਿੰਡ 'ਚ ਵੜੇਗਾ ਤਾਂ ਜੁੱਤੀ ਸਿਰ 'ਤੇ ਰੱਖੇਗਾ। ਉਸ ਤੋਂ ਬਾਅਦ ਇੱਕ ਹੋਰ ਜਿਹੜੀ, ਜੇ ਉਹਨੂੰ ਸ਼ਾਮ ਵੇਲੇ ਜਾਣਾ ਵੀ ਪੈ ਗਿਆ, ਉਹ ਪਿੰਡ ਦੇ ਬਹੁਤ ਬਾਹਰਲੇ ਪਾਸੇ ਇੱਕ ਡੰਡੀ ਹੈ, ਉਹਨੂੰ ਉੱਤੇ ਤੁਰਨਾ ਆ, ਉਹਨੂੰ ਪਿੰਡ 'ਚ ਨਹੀਂ ਵੜਨਾ, ਉਨੀ ਦੇਰ ਬੈਠੇ ਰਹਿਣਾ। ਇਹ ਮਤਲਬ ਕਿ ਇਹ ਤਾਂ ਗੱਲ ਜਿਹੜੀ ਉਹਨੇ ਲਿਖੀਆਂ ਉਸ 2-2.5 ਹਜ਼ਾਰ ਸਾਲ ਲਿਖੀ ਹੈ, ਔਰ ਇਹ ਲਾਗੂ ਵੀ ਹੋਈਆਂ। ਔਰ ਇਸ ਦਾ ਤੁਸੀਂ ਸੁਣ ਕੇ ਹੈਰਾਨ ਹੋ ਗਏ, ਯੂਪੀ ਦੇ ਪਿੰਡਾਂ ਦੇ ਵਿੱਚ ਕਈ ਏਰੀਆ ਦੇ ਵਿੱਚ ਅਜੇ ਵੀ ਜਿਹੜਾ ਇੱਕ ਦਲਿਤ ਹੈ, ਇੱਕ ਸ਼ੂਦਰ ਆ, ਅਛੂਤ ਆ, ਉਸ ਨੂੰ ਅੱਜ ਵੀ ਜੁੱਤੀ ਪਾ ਕੇ ਚੱਲਣ ਦਾ ਹੱਕ ਨਹੀਂ, ਉਹਨੂੰ ਸਿਰ ਤੇ ਟੋਪੀ ਲਾ ਕੇ ਚੱਲਣ ਦਾ ਹੱਕ ਨਹੀਂ, ਉਹਨੂੰ ਸਾਈਕਲ ਦੇ ਉੱਤੇ ਚੜ੍ਹ ਕੇ ਜਾਣ ਦਾ ਹੱਕ ਨਹੀਂ। ਜੇ ਸਾਈਕਲ ਦੇ ਉੱਤਰ ਕੇ ਉਹਨੇ ਜੁੱਤੀ ਹੱਥ ਫੜ ਕੇ ਉਸ ਮੁਹੱਲੇ ਦੇ ਵਿੱਚੋਂ, ਉਸ ਗਲੀ ਦੇ ਵਿੱਚੋਂ ਲੰਘਣਾ ਪੈਂਦਾ। ਇਹ ਅੱਜ ਦੀਆਂ ਗੱਲਾਂ ਨੇ, ਕੋਈ ਮਨੂ ਸਮ੍ਰਿਤੀ ਤੋਂ ਬਾਅਦ ਉਸ ਦਾ ਜਿਹੜਾ ਲੌਂਗ ਟਰਮ ਦਾ ਜਿਹੜਾ ਅਸਰ ਲੋਕਾਂ 'ਤੇ ਪਿਆ, ਇਹ ਬਹੁਤ ਜ਼ਰੂਰੀ ਸਾਡੇ ਕੋਲ ਜਿਹੜੀ ਆਪਾਂ ਗੱਲ ਕੀਤੀ ਵੀ ਜਿਹੜੇ ਅਸਲ ਦੇ ਵਿੱਚ ਆ ਇਹਦਾ ਜਿਹੜਾ ਅਸਰ ਆ ਉਹਨਾਂ ਦਾ ਜਿਹੜਾ ਮਾਨਸਿਕ ਤੌਰ 'ਤੇ ਸਾਨੂੰ ਬੰਨਿਆ ਆ, ਕੀ ਸਾਡੇ 'ਚ ਇੰਨੀ ਜ਼ਰੂਰਤ ਕਿਵੇਂ ਮਹਿਸੂਸ ਹੁੰਦਾ ਆ ਭਗਵੰਤ ਜੀ ਜਦੋਂ ਇਹ ਪਿੱਛੇ ਝਾੜੂ ਬੰਨਿਆ ਜਾਵੇ ਤਾਂ ਕਿ ਤੁਸੀਂ ਤੁਰਦੇ ਆ, ਤੁਹਾਡੀ ਤੋਰ ਵੀ ਜਿਹੜੀ ਆ, ਜਿਹੜੀ ਤੁਹਾਡੇ ਛਾਪਾਂ ਆ, ਤੁਹਾਡੇ ਜਿਹੜੀ ਛਾਪ ਛੱਡਦੇ ਜਾ ਰਹੇ ਉਹ ਵੀ ਮਿਟਦੀ ਜਾਏ। ਉਸ ਤੋਂ ਬਾਅਦ ਤੁਸੀਂ ਮੂੰਹ ਦੇ ਉੱਤੇ ਕੁੱਜਾ ਬੰਨੋ ਜਿਹੜਾ ਤੁਹਾਡਾ ਥੋਕਿਆ ਜਾਂ ਕੁਛ ਉਹਦੇ ਵਿੱਚ ਡਿਗੇ। ਮੈਂ ਪੂਰੇ ਸੁਣ ਰਹੇ ਲੋਕਾਂ ਨੂੰ ਪੁੱਛਣਾ ਚਾਹੁੰਦਾ, ਜਿਨ੍ਹਾਂ ਨੇ ਇਹ ਮਾਹੌਲ ਨਹੀਂ ਦੇਖਿਆ ਹੋਵੇਗਾ, ਵੀ ਅੱਜ ਜਦੋਂ ਮਾਸਕ ਲਾ ਕੇ ਸਾਨੂੰ ਤੁਰਨਾ ਪੈਂਦਾ ਤੇ ਕਿਵੇਂ ਦਾ ਮਹਿਸੂਸ ਹੁੰਦਾ। ਉਹਨਾਂ ਲੋਕਾਂ ਨੂੰ ਕਿਵੇਂ ਦਾ ਮਹਿਸੂਸ ਹੋਇਆ ਹੋਵੇਗਾ ਜਿਨ੍ਹਾਂ ਦੇ ਮੂੰਹ ਦੇ ਉੱਤੇ ਕੁੱਜੇ ਬੰਨੇ ਹੋਏ ਹੋਗੇ। ਅੱਜ ਤੁਸੀਂ ਉਹ ਫੀਲ ਕਰਕੇ ਦੇਖੋ ਕਿ ਇਹੋ ਜਿਹੀ ਇੱਕ ਖੇਡ ਰਚੀ ਹੋਈ ਆ ਸੰਸਾਰ ਦੇ ਵਿੱਚ, ਤੁਹਾਨੂੰ ਮਾਸਕ ਲਾ ਕੇ ਜਾਣਾ ਪੈ ਰਿਹਾ ਪੂਰੇ ਦੇ ਪੂਰੇ ਲੋਕਾਂ ਨੂੰ। ਅੱਜ ਉਹਨਾਂ ਨੂੰ ਇਹ ਸਵਾਲ ਆ ਕਿ ਤੁਸੀਂ ਕਿੱਦਾਂ ਮਹਿਸੂਸ ਕਰਦੇ, ਉਹਨਾਂ ਦਾ ਦਰਦ ਕਿੱਦਾਂ ਮਹਿਸੂਸ ਕਰਦੇ ਹੋਵੋਗੇ ਉਸ ਵੇਲੇ। ਕੁਲਵੰਤ ਜੀ ਪਿੰਡਾਂ ਦੇ ਇੱਕ ਸੈਕਿੰਡ, ਕੁਲਵੰਤ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਮਨੂ ਸਮ੍ਰਿਤੀ ਦੇ ਅਨੁਸਾਰ ਮਨੁੱਖ ਦੀ ਉਤਪਤੀ ਕਿਵੇਂ ਦੀ ਹੋਈ ਹੋਏਗੀ? ਦੇਖੋ, ਜੋ ਮੈਂ ਤੁਹਾਨੂੰ ਦੱਸਿਆ ਉਹਦੇ ਅਨੁਸਾਰ ਆਪਾਂ ਜੇ ਇਹਨੂੰ ਗੱਲ ਕਰੀਏ ਮਨੂ ਸਮ੍ਰਿਤੀ ਦੇ ਬਾਰੇ, ਹੈ ਨਾ ਜੀ, ਵੀ ਮਨੁੱਖ ਦੀ ਜਿਹੜੀ ਆ ਉਤਪਤੀ ਆ ਇਹ ਕਿੱਦਾਂ ਹੋਈ ਜੀ, ਮਨੂ ਸਮ੍ਰਿਤੀ ਕੀ ਕਹਿੰਦੀ ਆ ਜੀ, ਹੈ ਨਾ, ਪਰ ਸਾਇੰਸ ਕੀ ਕਹਿੰਦੀ ਆ ਜੀ, ਹੈ ਨਾ, ਇਹ ਦੋ ਚੀਜ਼ਾਂ ਆ ਅਲੱਗ-ਅਲੱਗ। ਜੀ, ਮਨੂ ਸਮ੍ਰਿਤੀ ਆ ਜਿਹੜੀ ਉਹ ਤਾਂ ਉਹਦੇ ਜਿਹੜੇ ਝਮੇਲੇ ਆ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਪਾਏ ਹੋਏ ਆ, ਜਾਤਾਂ ਪਾਤਾਂ ਧਰਮਾਂ, ਇਹ ਕਿੱਦਾਂ ਇਹ ਉਹ ਤਿੰਨ ਜਿਹੜੀਆਂ ਉਹ ਚੀਜ਼ਾਂ ਆ, ਜਿੱਥੋਂ ਹੁਣ ਪਹਿਲਾਂ ਭਗਤ ਸਿੰਘ ਜੀ ਉਹਨਾਂ ਨੇ ਦੱਸਿਆ ਹੀ ਆ ਵੀ ਉਹ ਕਿੱਦਾਂ ਉਹ ਮਨੁੱਖ ਪੈਦਾ ਹੋਇਆ, ਭੁਚਾਵਾਂ ਦੇ ਵਿੱਚੋਂ, ਸਿਰ ਤੋਂ, ਉਹ ਹੈ ਨਾ ਛਾਤੀ 'ਚੋਂ। ਸੋ ਜਿਹੜੀ ਸਾਇੰਸ ਆ, ਦੇਖੋ ਸਾਇੰਸ ਇਹ ਮੰਨਦੀ ਆ ਵੀ ਜਿਹੜੀ ਇਹ ਮਨੁੱਖ ਦੀ ਉਤਪਤੀ ਹੋਈ ਆ ਉਹ ਪਾਣੀ ਤੋਂ। ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਵੀ ਇਹ ਲਿਖਿਆ ਹੈ ਕਿ ਪਾਣੀ ਤੋਂ ਪਹਿਲਾਂ ਇਹ ਜਿਹੜੀ ਮਨੁੱਖ ਦੀ ਹੋਈ ਆ। ਪੜ੍ਹੇ ਲਿਖੇ ਹੋਣ ਦਾ ਜਿੱਦਾਂ ਹੁਣ ਤਿੰਨ ਚੀਜ਼ਾਂ ਇਹ ਮੰਨੀਆਂ ਜਾਂਦੀਆਂ, ਸਾਇੰਸ ਇਹ ਮੰਨਦੀ ਆ ਵੀ ਜਿੱਦਾਂ ਹੋ ਗਿਆ ਪੈਰਾਸ਼ੀਅਮ, ਹੈ ਨਾ, ਯੂਗਲੀਨਾ ਹੋ ਗਿਆ, ਅਮੀਬਾ ਹੋ ਗਿਆ। ਸੋ ਇਹ ਤਿੰਨ ਚੀਜ਼ਾਂ ਤੋਂ ਇਹ ਜਿਹੜਾ ਆ, ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਪੜ੍ਹਦੇ ਆ ਤਾਂ ਇੱਕ ਸਰੀਰ ਬਣਿਆ ਜੀ, ਹੈ ਨਾ, ਇੱਕ ਸੈੱਲ ਤੋਂ, ਹੈ ਨਾ। ਸੋ ਇਹ ਸਰੀਰ ਬਣਿਆ ਤਾਂ ਇਹਦੀ ਫਿਰ ਉਤਪਤੀ ਹੋਈ, ਇਹ ਪਹਿਲਾਂ ਪਾਣੀ ਤੋਂ ਹੋਈ ਆ। ਪਾਣੀ ਤੋਂ ਬਾਅਦ ਫਿਰ ਹੌਲੀ ਹੌਲੀ ਇਹ ਪਾਣੀ ਤੋਂ ਰਹਿੰਦਾ ਫਿਰ ਇਹ ਬਾਹਰ ਫਿਰ ਧਰਤੀ ਤੇ ਆਇਆ, ਇਹ ਜ਼ਮੀਨ ਤੇ ਰਹਿਣਾ ਸ਼ੁਰੂ ਕੀਤਾ ਇਹਨੇ, ਹੈ ਨਾ, ਮਨੁੱਖ ਨੇ, ਹੈ ਨਾ। ਫਿਰ ਇਹ ਜਾ ਕੇ ਕਿਤੇ ਜਿਹੜੀ ਇਹਦੀ ਪੈਦਾਇਸ਼, ਇਹਦਾ ਜਿਹੜਾ ਰਹਿਣ ਸਹਿਣ ਆ ਉਹ ਬਣਨ ਲੱਗਾ ਆ। 6 ਬਿਲੀਅਨ ਇਹ ਬਹੁਤ ਲੰਮੀ ਗੱਲ ਆ ਇਹ, ਜਦੋਂ ਜਿਹੜੀ ਇਹ ਛੋਟੀ ਜੀ ਗੱਲ ਨਹੀਂ, ਪਰ ਇਹ ਜਿਹੜੀ ਮਨੂ ਸਮ੍ਰਿਤੀ ਆ ਇਹ ਕਹਿੰਦੀ ਆ ਕਿ ਜਿੱਦਾਂ ਇਹ ਕੁਲਵੰਤ ਜੀ ਇੱਕ ਦੇਖੀਏ ਕੋਈ ਕਾਲ ਕਰ ਰਿਹਾ ਕਿ ਹਾਂਜੀ, ਜੈ ਗੁਰਦੇਵ ਜੀ। ਹੈਲੋ ਵਿਚਾਰ ਸਾਹਿਬ। ਹਾਂਜੀ, ਕਿ ਨਾਮ ਹੈ, ਹਰਪੰਜ ਸਿੰਘ ਬੋਲਦਾ ਹਾਂ ਜੀ। ਸਭ ਤੋਂ ਪਹਿਲਾਂ ਤੁਹਾਨੂੰ ਪ੍ਰਣਾਮ ਜੀ। मैं बात करने लगा वैसे जी। देखो ना, ये जो ना कुछ चेर तो जी हिंदुस्तान की सिचुएशन सी ना खराब हो गई, यू नो। कांग्रेस पार्टी आई, लोग करप्ट आ गए, जोड़ा उन्हें नाम बनाया से वो खराब हो गया। बहुत सारिया चेंजेस आई, फर्क ही पिया कि जी बीजेपी आ जी पार्टी किसी टाइम से पार्टी जी जिस वे मुल्क आजाद होया तो इन्हों का एक भी मैंबर नहीं सी और बैन की हुई सी जी। लेकिन हाल तो इन्हों मोड़े ले आंदा, पर यह बड़ा चेर नहीं रहना। हिंदुस्तान
ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਕੁਝ ਨਹੀਂ ਹੋਏਗਾ। ਜਿੱਦਣ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਇਹਨੂੰ ਬਦਲਿਆ ਤੇ ਉਦੋਂ ਹਿੰਦੁਸਤਾਨ ਟੁੱਟ ਜਾਏਗਾ। ਤੇ ਜਿਹੜਾ ਬਹੁਤ ਹੀ ਨਹੀਂ ਆਪਣੇ ਪਟੇਲ ਸਾਹਿਬ ਦਾ ਲਾਇਆ ਗੁਜਰਾਤ ਦੇ ਵਿੱਚ, ਉਹ ਇਹਨਾਂ ਨੂੰ ਬੁੱਤ ਵੀ ਉਹ ਭੰਨਣਾ ਪਏਗਾ, ਕਿਉਂਕਿ ਬੁੱਤ ਤੇ ਲਿਖਿਆ ਕਿ ਯੂਨਿਟੀ ਸਿੰਬਲ ਆਫ ਯੂਨਿਟੀ ਆਫ ਇੰਡੀਆ। ਰਾਈਟ, ਅਗਰ ਇਹ ਮੈਨੂੰ ਸਮਰਤੀ ਲਿਆਉਂਦੇ ਆ ਤੇ ਜੋ ਇਹਨਾਂ ਦੇ ਉਸ ਮਹਾਨ ਆਦਮੀ ਨੇ ਬੁੱਤ ਲਾਇਆ ਉੱਥੇ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਨੂੰ ਇਕੱਠਾ ਕਰਕੇ ਕਿ ਦੈਟ ਮੈਨ ਯੂਨਾਈਟਿਡ ਦਾ ਹੋਲ ਇੰਡੀਆ ਐਂਡ ਵਨ ਕੰਟਰੀ, ਇਹਦਾ ਮਤਲਬ ਜੇ ਇਦਾਂ ਦਾ ਕਨਸਟੀਟਿਊਸ਼ਨ ਲਿਆਉਣਗੇ ਤਾਂ ਇਹਨਾਂ ਨੂੰ ਪਹਿਲਾਂ ਉਹ ਆਪਣਾ ਬੁੱਤ ਜਿਹਦੇ 24 ਪਤਾ ਨਹੀਂ ਕਿੰਨੇ ਕਰੋੜ ਹਜ਼ਾਰ ਕਰੋੜ ਪੈਸਾ ਲਾ ਕੇ ਲਾਇਆ ਤਾਂ ਉਹ ਪਹਿਲਾਂ ਢਾਉਣਾ ਪਊਗਾ। ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਟਾਈਮ ਦੇ ਵਿੱਚ ਦੀ ਹਰ ਕੰਟਰੀ ਜਾ ਰਹੀ ਆ। ਕੋਈ ਵੀ ਦੋਸਤੋ ਅਮਰੀਕਾ ਦੇ ਤੁਸੀਂ ਦੇਖ ਲਓ, ਇੱਕ ਐਡਾ ਵੱਡਾ ਐਡਵਾਂਸ ਕੰਟਰੀ ਆ, ਕਿਸ ਤਰੀਕੇ ਨਾਲ ਉਹ ਕਿਸ ਤਰੀਕੇ ਨਾਲ ਉਹ ਜਾ ਰਿਹਾ ਹੈਗਾ। ਹਾਲਾਂਕਿ ਉਹ ਕੰਟਰੀ ਵਿੱਚ ਸਿਵਲ ਵਾਰ ਹੋਣ ਤੱਕ ਵੀ ਸਿਚੁਏਸ਼ਨ ਆ ਸਕਦੀ ਹੈ, ਪਰ ਇਹ ਜਿਹੜਾ ਵਰਲਡ ਹੈ ਨਾ ਇਹ ਬੜੀ ਸੀਰੀਅਸ ਸਿਚੁਏਸ਼ਨ ਦੀ ਜਾ ਰਹੀ ਹੈ, ਲੋਕਾਂ ਨੂੰ ਜਾਗਰਤ ਆ ਰਹੀ ਆ। ਪਰ ਮੈਂ ਇੱਕ ਗੱਲ ਤੋਂ ਪੋਜ਼ਿਟਿਵ ਹਾਂ ਕਿ ਤੁਸੀਂ ਬਿਹਾਰ 'ਚ ਦੇਖਿਆ ਇਲੈਕਸ਼ਨ ਹੋ ਰਹੀ ਆ, ਉਹ ਨੌਜਵਾਨ ਮੁੰਡਾ ਉਹਨੇ 31 ਈਅਰ ਓਲਡ ਸੀ, ਯੰਗ ਮੈਨ, ਲੱਖਾਂ ਕਰੋੜਾਂ ਮੁੰਡੇ ਉਹਦੇ ਨੌਜਵਾਨ ਉਹਦੇ ਪਿੱਛੇ ਖੜੇ ਆ। ਉਹਨਾਂ ਨੇ ਕਿਸੇ ਧਰਮ ਦੀ ਗੱਲ ਨਹੀਂ ਕੀਤੀ, ਕੁਛ ਨਹੀਂ ਕੀਤੀ। ਉਹਨਾਂ ਨੇ ਇੱਕੋ ਹੀ ਗੱਲ ਕੀਤੀ ਆ ਕਿ ਸਾਨੂੰ ਕੱਪੜਾ ਚਾਹੀਦਾ, ਰੋਟੀ ਚਾਹੀਦੀ ਆ ਔਰ ਐਜੂਕੇਸ਼ਨ ਚਾਹੀਦੀ ਆ ਔਰ ਸਾਨੂੰ ਸਹੂਲਤਾਂ ਚਾਹੀਦੀਆਂ ਔਰ ਬਿਹਾਰ ਦੀ ਕੋਈ ਲੜਕੀ ਬਾਹਰ ਨਾ ਕੰਮ ਜਾਵੇ, ਉਹਨੂੰ ਇੱਥੇ ਮਿਲੇ। ਉਹਨੇ ਕਿਸੇ ਧਰਮ ਦੀ ਗੱਲ ਨਹੀਂ ਕੀਤੀ। ਸੋ ਇਹਨਾਂ ਜਿਹੜੇ ਫਨੈਟਿਕ ਕਿਸਮ ਦੇ ਲੋਕ ਆ, ਇਹਨਾਂ ਵੱਲ ਬੜਾ ਅਟੈਂਸ਼ਨ ਦੇਣ ਦੀ ਤੁਹਾਨੂੰ ਵੀ ਚੇਤੇ ਹੋਣਾ। ਥੈਂਕ ਯੂ। ਸਾਡੇ ਕੋਲ 2 ਮਿੰਟ ਰਹਿ ਗਏ ਆ ਜੀ। ਔਖੇ ਮੈਂ ਬਾਹਰ ਅੰਦਰ ਨਹੀਂ ਜਾਂਦਾ ਜਦੋਂ ਲੰਬਾ ਟਾਈਮ, ਪਰ ਇਹ ਵੀ ਗੱਲ ਚੇਤੇ ਰੱਖਣੀ ਚਾਹੀਦੀ ਆ ਕਿ ਮਾਇਆਵਤੀ ਪੰਜ ਵਾਰੀ 4 ਵਾਰੀ ਉਹ ਯੂਪੀ ਦੀ ਚੀਫ ਮਿਨਿਸਟਰ ਰਹਿ ਚੁੱਕੀ ਆ। ਉਹ ਕਿਤੇ ਚਲੇ ਨਹੀਂ ਗਿਆ, ਉਹ ਖਿਆਲ ਕਿਤੇ ਚਲੇ ਨਹੀਂ ਗਏ। ਇਹ ਸਿਰਫ ਫੇਜ਼ ਆ ਵੀ ਗੋਇੰਗ ਥਰੂ। ਇਹ ਗੁੰਡਾ ਰਾਜ ਬਾਹਰ ਚੱਲ ਨਹੀਂ ਰਹਿਣਾ, ਇਟਸ ਓਨਲੀ ਅ ਲਿਮਿਟਡ ਟਾਈਮ। ਥੈਂਕ ਯੂ ਸਰ, ਬਹੁਤ ਮਿਹਰਬਾਨੀ। ਥੈਂਕ ਯੂ। ਤੁਸੀਂ ਨਾ ਹਰਭਜਨ ਜੀ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ ਪਹਿਲਾਂ ਆਇਆ ਕਰੋ, ਜ਼ਿਆਦਾ ਟਾਈਮ ਮਿਲ ਸਕਦਾ। ਥੈਂਕ ਯੂ ਜੀ। ਤੁਹਾਡੇ ਕੋਲ 1.5 ਮਿੰਟ ਆ ਜੀ। ਹਾਂਜੀ, ਉਹੀ ਆਪਾਂ ਗੱਲ ਕਰਦੇ ਸੀ ਮਨੂ ਸਿਮਰਤੀ ਹੈ ਜਿਹੜੀ। ਮਨੂ ਸਿਮਰਤੀ ਦੇ ਮੁਤਾਬਕ ਜਿਹੜਾ ਮਨੁੱਖ ਆ, ਮਨੁੱਖ ਦੇ ਕੋਲ ਕੋਈ ਰਾਈਟ ਹੀ ਨਹੀਂ ਹੈਗਾ ਨਾ ਉਹਦੇ ਕੋਲ ਚੰਗਾ ਖਾਣ ਲਈ, ਨਾ ਉਹਦੇ ਕੋਲ ਰਹਿਣ ਲਈ, ਨਾ ਉਹਦੇ ਕੋਲ ਬਹਿਣ ਲਈ, ਨਾ ਪੈਣ ਲਈ, ਨਾ ਸੌਣ ਲਈ, ਨਾ ਐਜੂਕੇਸ਼ਨ ਲਈ, ਨਾ ਹੈਲਥ ਲਈ, ਹੈ ਨਾ ਚੰਗਾ ਕੱਪੜਾ ਪਾਉਣ ਲਈ। ਸੋ ਜਣੀ ਇਕੁਆਲਿਟੀ ਉਹ ਮਨੂ ਸਿਮਰਤੀ ਹੈ ਨਾ ਜਿਹੜੀ ਇਹ ਮਨੁੱਖ ਦੀ ਆ, ਉਹ ਖਤਮ ਕਰਦੀ ਆ। ਜਿੱਥੇ ਕਿ ਜਿਹੜਾ ਸੰਵਿਧਾਨ ਆ, ਸੰਵਿਧਾਨ ਸਾਨੂੰ ਕੀ ਦਿੰਦਾ? ਸਾਨੂੰ ਚੰਗੀ ਜ਼ਿੰਦਗੀ ਦਿੰਦਾ। ਸੰਵਿਧਾਨ ਜਿਹੜਾ ਬਾਬਾ ਸਾਹਿਬ ਨੇ ਲਿਖਿਆ ਆ ਉਹ ਤਾਂ ਇੱਕ ਐਜੂਕੇਸ਼ਨ ਦੀ, ਇਕੁਆਲਿਟੀ ਦੀ, ਬਰਾਬਰਤਾ ਦੀ ਗੱਲ ਕਰਦਾ ਆ ਵੀ ਅਸੀਂ ਸਾਰੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਅਸੀਂ ਹਿਊਮਨ ਆ, ਅਸੀਂ ਮਨੁੱਖ ਆ, ਹੈ ਨਾ। ਤੇ ਮਨੁੱਖਤਾ ਦੇ ਵਿੱਚ ਜਦੋਂ ਮਨੁੱਖਤਾ ਦੀ ਗੱਲ ਕਰਦੇ ਆ, ਫਿਰ ਸਾਡੇ ਕੋਲ ਬਰਾਬਰ ਦੇ ਰਾਈਟ ਆ ਪੜ੍ਹਨ ਦਾ ਵੀ, ਯੂਨੀਵਰਸਿਟੀ ਜਾਣ ਦਾ, ਖਾਣ ਪੀਣ ਦਾ, ਰਹਿਣ ਸਹਿਣ ਦਾ, ਐਜੂਕੇਸ਼ਨ ਤਾਂ ਹੋ ਗਈ, ਸਾਰਾ ਕੁਛ ਹੈ ਨਾ। ਸੋ ਇਹ 2 ਚੀਜ਼ਾਂ 'ਚ ਫਰਕ ਸਾਨੂੰ ਲੱਭਣਾ ਪੈਣਾ ਹੈ ਚਾਹਲ ਜੀ। ਜਿਹੜੀ ਮਨੂ ਸਿਮਰਤੀ ਦੀ ਗੱਲ ਕਰਦੇ ਆ ਵੀ ਉਹ ਲਿਆਉਣ ਨੂੰ ਫਿਰਦੇ ਆ, ਉਹ ਟਰਾਈ ਬਹੁਤ ਕਰ ਰਹੇ ਆ, ਬਹੁਤ ਸਮੇਂ ਤੋਂ ਕਰ ਰਹੇ ਆ। ਆਪਾਂ ਜੇ ਥੋੜ੍ਹਾ ਜਿਹਾ ਰਿਲੇਟਡ ਕਰੀਏ ਨਾ, ਆਪਾਂ ਜਿਹੜਾ ਕਿਸਾਨੀ ਜਥੇਬੰਦੀਆਂ ਦਾ ਘੋਲ ਹੈ ਜਿਹੜਾ, ਇਹਦੇ ਨਾਲ ਇਹ ਤਕਰੀਬਨ ਇੱਦਾਂ ਦਾ ਹੀ ਆ। ਜਿਵੇਂ ਹਰਭਜਨ ਜੀ ਨੇ ਕਿਹਾ ਕਿ ਬੜਾ ਡਰਨ ਦੀ ਲੋੜ ਨਹੀਂ। ਮੈਂ ਭਗਵੰਤ ਜੀ ਉਹਨਾਂ ਦੀ ਇੱਕ ਗੱਲ ਮੈਨੂੰ ਯਾਦ ਆ ਰਹੀ ਆ ਕਿ ਜਦੋਂ BNP ਆਈ ਆ, ਉਹਨਾਂ ਕੋਲ 1-2 ਸੀਟਾਂ ਸੀ ਤਾਂ ਇਹਨਾਂ ਨੇ ਸੋਹ ਰੋਡ ਦੇ ਉੱਤੇ ਲੀਫਲੈਟ ਬਣਦੇ ਹੁੰਦੇ ਸੀ ਵੀ ਜੇ ਅੱਜ ਇਹਨਾਂ ਕੋਲ 1-2 ਸੀਟਾਂ, ਕੱਲ੍ਹ ਨੂੰ ਜ਼ਿਆਦਾ ਵੀ ਆ ਸਕਦੀਆਂ। ਯਾਦ ਆ ਤੁਹਾਨੂੰ? ਇਹ ਬੜੀ ਪੁਰਾਣੀ ਗੱਲ ਆ। ਸੋ ਮੈਂ ਗੱਲ ਕਰਦਾ ਵੀ ਜੇ 2 ਸੀਟਾਂ ਸੀਗੀਆਂ ਇਹਨਾਂ ਕੋਲ BJP ਕੋਲ ਬਹੁਤ ਸਮਾਂ ਪਹਿਲਾਂ, ਅੱਜ ਉਹਨਾਂ ਕੋਲ ਕਿੰਨੀਆਂ ਸੀਟਾਂ ਆ? ਆਉਣ ਵਾਲਾ ਸਮਾਂ ਇਹ ਖਤਰੇ ਦਾ ਹੈ। ਨਹੀਂ, ਭਿਆਨਕ ਹੋ ਸਕਦਾ। ਦੇਖੋ ਹੁਣ ਆਪਾਂ ਹੁਣ ਗੱਲ ਕਰਦੇ ਹਾਂ ਵੀ ਜਿਹੜਾ ਅੱਜ ਕਿਸਾਨਾਂ ਦੇ ਉੱਤੇ ਇਹ ਕਿੱਡੇ ਵੱਡੇ ਪੱਧਰ ਦਾ ਜਿਹੜਾ ਛੜਯੰਤਰ ਆ ਉਹ ਰਚ ਲਿਆ ਉਹਨਾਂ ਨੇ, ਹੈ ਨਾ। ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਬਿਲਕੁਲ, ਉਹਨਾਂ ਨੂੰ ਤਾਂ ਨਹੀਂ ਪਤਾ ਲੱਗਾ, ਪਰ ਲੀਡਰਾਂ ਨੂੰ ਪਤਾ ਸੀਗਾ, ਜਿਹੜੇ ਉਹਨਾਂ ਦੇ ਚੁਣੇ ਨੁਮਾਇੰਦੇ ਸੀਗੇ। ਵੋਟਾਂ ਪਾ ਕੇ ਤਾਂ ਉਹਨਾਂ ਨੇ ਭੇਜਿਆ ਨਾ ਪਾਰਲੀਮੈਂਟ ਦੇ ਵਿੱਚ, ਉਹਨਾਂ ਨੂੰ ਬਿਠਾਇਆ, ਹੈ ਨਾ। ਪਰ ਉਹ ਉੱਥੇ ਕੀ ਕਰਦੇ ਰਹੇ ਆ, ਕੀ ਉਹ ਘਾਲਣਾ ਘਾਲਦੇ ਰਹੇ ਆ ਉਹਨਾਂ ਦੇ ਨਾਲ, ਕਾਰਪੋਰੇਟਾਂ ਦੇ ਨਾਲ। ਦੇਖੋ ਉਹ ਜਿਹੜਾ ਇਹ ਬਵਾਲ ਖੜਾ ਕਰ ਦਿੱਤਾ ਆ ਵੀ ਉਹਨਾਂ ਦੇ ਅੱਜ ਜੇ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਨਾ, ਉਹਨਾਂ ਦੇ ਚੁੱਲ੍ਹਿਆਂ ਦੇ ਵਿੱਚੋਂ, ਤਵੇ ਦੇ ਉੱਤੋਂ ਰੋਟੀ ਚੱਕ ਲਈ ਅੱਜ। ਬਿਲਕੁਲ ਕਿਸਾਨਾਂ ਦਾ ਜੋ ਬੁਰਾ ਹਾਲ ਹੈ, ਦਲਿਤ ਸਮਾਜ ਦਾ ਜੋ ਬੁਰਾ ਹਾਲ ਹੈ, ਉਹਦੇ ਬਾਰੇ ਉਹਦਾ ਜ਼ਿੰਮੇਵਾਰ ਕੌਣ ਆ? ਇਹ ਅਸੀਂ ਜ਼ਿੰਮੇਵਾਰ ਖੁਦ ਹਾਂ ਭਗਵੰਤ ਜੀ। ਜਿੰਨੀ ਦੇਰ ਅਸੀਂ ਨਹੀਂ ਜਾਗਦੇ ਜੀ। ਤੁਹਾਡੇ ਕੋਲ 1/2 ਮਿੰਟ ਹੈ ਜੀ। ਸਾਨੂੰ ਇੱਕ ਗੱਲ ਦਾ ਖਿਆਲ ਰੱਖਣਾ, ਜਿਹੜਾ ਲੋਟੂ ਆ ਜਾਂ ਰਾਜ ਕਰਤਾ ਹੈ, ਜੇ ਕੋਈ ਵੀ ਹੈ ਜਿਹੜਾ ਬੰਦਾ ਤੁਹਾਨੂੰ ਲੁੱਟ ਰਿਹਾ, ਜਿਹੜੇ ਸਰਕਾਰਾਂ ਆ, ਇਹ ਜਿਹੜੇ ਲੋਕ ਨੇ ਜਾਂ
ਇਹ ਉਹਨਾਂ ਦੀ ਕੋਈ ਜਾਤ ਜਾਂ ਕੋਈ ਧਰਮ ਨਹੀਂ ਹੈ, ਨਾ ਜੀ ਉਹਨਾਂ ਦਾ ਬਿਜ਼ਨਸ ਉਹਨਾਂ ਦਾ ਧਰਮ ਤੇ ਧਰਮ ਹੈ ਤੁਹਾਨੂੰ ਲੁੱਟਣਾ ਬਿਜ਼ਨਸ ਬੁੱਧੂ ਬਣਾਉਣਾ, ਜਿਸ ਤਰ੍ਹਾਂ ਕਿ ਮੋਦੀ ਹੁਣਾਂ ਨੇ ਕੀਤਾ, ਤੁਹਾਨੂੰ ਕਿੱਡੇ ਕਿੱਡੇ ਵੱਡੇ ਝਾਂਸੇ ਦੇ ਕੇ ਲਾਰੇ ਲਾ ਕੇ ਸ਼ਰੇਆਮ ਝੂਠ ਬੋਲਿਆ ਤੇ ਅੱਜ ਜਿੱਥੇ ਆਪਾਂ ਲਿਆ ਕੇ ਖੜਾ ਕਰ ਦਿੱਤਾ, ਸਾਡੇ ਲਈ ਬਹੁਤ ਚਿੰਤਾਮਈ ਸਮਾਂ ਹੈ। ਬਹੁਤ ਮਿਹਰਬਾਨੀ ਭਗਵੰਤ ਜੀ, ਕੁਲਵੰਤ ਜੀ, ਸਾਡੇ ਦੋ ਵੰਤ ਭਗਵੰਤ ਤੇ ਕੁਲਵੰਤ ਹਰ ਵੇਲੇ ਸਾਡੇ ਨਾਲ ਆਉਣਗੇ। ਅਗਲੇ ਬੁੱਧਵਾਰ ਵੀਰਵਾਰ ਮਾਫ ਕਰਨਾ 7 ਤੋਂ 8 ਵਜੇ ਤੁਹਾਡੇ ਦਰਸ਼ਨ ਕਰਾਂਗੇ। ਮੈਂ ਗੱਲ ਕਰਦਾ ਸੀ ਵੀ ਅਸੀਂ ਸ਼ਬਦਾਂ ਦੀ ਹੇਰਫੇਰੀ ਜਿਹੜੀ ਹੈ, ਹੇਰ ਫੇਰ ਜਿਹੜਾ, ਉਹਦੇ ਬਾਰੇ ਵੀ 1-2 ਮਿੰਟ ਲਈ ਬੋਲਿਆ ਕਰਾਂਗੇ। ਸ਼ਬਦ ਕਿੱਦਾਂ ਵਿਗੜ ਗਏ, ਕੀ ਸੀਗੇ ਤੇ ਕੀ ਬਣਾ ਲਏ। ਜਿੱਦਾਂ ਸਾਈਕਲ ਦੇ ਕੁੱਤੇ ਕਿਹਾ ਜਾਂਦਾ ਭਗਵੰਤ ਜੀ, ਸਾਈਕਲ ਦੇ ਕੁੱਤੇ ਨਹੀਂ ਹੁੰਦੇ, ਸਾਈਕਲ ਦੇ ਤੁੱਕੇ ਹੁੰਦੇ ਆ। ਉਹ ਪੀਸ ਜਿਹੜੇ ਪੀਸ ਘੁੰਮਦੇ ਉਹ ਸਾਈਕਲ ਦੇ ਕੁੱਤੇ ਕਹਿ ਕੇ ਕਹਿੰਦੇ ਕੁੱਤੇ ਫੇਲ ਹੋ ਗਏ, ਕੁੱਤੇ ਨਹੀਂ ਹੁੰਦੇ, ਉਹ ਸਾਈਕਲ ਦੇ ਤੁੱਕੇ ਹੁੰਦੇ ਆ। ਉਹ ਇੱਕ ਤੁੱਕਿਆਂ ਤੋਂ ਕੁੱਤੇ। ਹਾਂਜੀ, ਦੂਜਾ ਹੈਗਾ ਜੀ ਧੋਬੀ ਦਾ ਕੁੱਤਾ ਘਰ ਦਾ ਨਾ ਘਾੜਦਾ। ਧੋਬੀ ਦਾ ਕੁੱਤਾ ਜਿਹੜਾ ਆ, ਉਹ ਧੋਬੀ ਦਾ ਕੋਈ ਕੁੱਤਾ ਨਹੀਂ ਹੈਗਾ, ਧੋਬੀ ਦਾ ਤੁੱਕਾ ਆ, ਕੱਤਾ, ਸੌਰੀ ਮਾਫ ਕਰਨਾ, ਕੱਤਾ ਆ। ਉਹ ਕੱਤੇ ਨੂੰ ਜਿਹੜਾ ਅਸੀਂ ਧੋਬੀ ਕੋਲ ਇੱਕ ਧੋਣ ਲਈ ਇੱਕ ਚੀਜ਼ ਹੁੰਦੀ ਜਿਹੜੇ ਵਿੱਚ ਉਹਨੂੰ ਕੱਤਾ ਦੇਣਾ ਹੁੰਦਾ, ਉਹ ਕਦੀ ਉਹ ਘਰ ਲੈ ਜਾਂਦਾ, ਕਦੀ ਉਹ ਧੋਬੀ ਘਾਟ ਤੇ ਲੈ ਕੇ ਜਾਂਦਾ, ਕਈ ਵਾਰੀ ਉਹਨੂੰ ਚੇਤਾ ਹੀ ਭੁੱਲ ਜਾਂਦਾ ਵੀ ਮੈਂ ਉੱਥੋਂ ਲੈਣ ਜਾਣਾ, ਫੇਰ ਲੈ ਆਉਂਦਾ ਉਹ ਘਰ। ਉਹ ਨਾ ਘਰ ਦਾ ਰਹਿੰਦਾ ਨਾ ਘਾਟ ਦਾ। ਕੁੱਤੇ ਦਾ ਇਹਦੇ ਵਿੱਚ ਕੋਈ ਮਤਲਬ ਨਹੀਂ ਹੈ। ਪਿਆਰੇ ਦਰਸ਼ਕੋ, ਜਦੋਂ ਤੁਹਾਨੂੰ ਕੋਈ ਮਿਲਦਾ ਉਹਨੂੰ ਦੱਸਿਆ ਕਰੋ ਆਹ ਸ਼ਬਦ ਜਿਹੜੇ ਸਾਲਾਂ ਤੋਂ ਸਾਡੇ ਨਾਲ ਚੱਲੇ ਆ ਰਹੇ ਆ, ਤਾਂ ਉਹਨਾਂ ਦਾ ਕਿਵੇਂ ਅਸੀਂ ਖਰਾਬ ਕਰਦੇ, ਅਸੀਂ ਉਹ ਵੀ ਤੁਹਾਨੂੰ ਦੱਸਿਆ ਕਰਾਂਗੇ ਵੀ ਧੋਬੀ ਦਾ ਕੁੱਤਾ ਘਰ ਦਾ ਨਾ ਘਾਟ ਦਾ, ਇਹ ਕੋਈ ਸ਼ਬਦ ਨਹੀਂ ਹੈਗਾ। ਧੋਬੀ ਦਾ ਕੱਤਾ ਆ। ਕੱਤਾ ਜਿਹੜਾ ਹੁੰਦਾ ਆ, ਉਹ ਇੱਕ ਲੱਕੜ, ਇੱਕ ਜਿੱਦਾਂ ਲੌਕ ਹੁੰਦਾ, ਜਿੱਦਾਂ ਜਿੰਦਾ ਹੁੰਦਾ, ਉਹ ਇੱਕ ਜਿੰਦਾ ਹੁੰਦਾ ਉਹਦਾ, ਜਿਹਦੇ ਵਿੱਚ ਉਹਨੂੰ ਜਿੰਦੇ ਨੂੰ ਦੇ ਕੇ ਤਾਂ ਆਪਣਾ ਜਿਹੜਾ ਉਹਨੂੰ ਉਹਦੇ ਉੱਤੇ ਕੰਮ ਕਰਨਾ ਹੁੰਦਾ। ਸੋ ਇਹੋ ਜਿਹੇ ਛੋਟੇ ਛੋਟੇ ਸ਼ਬਦ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਿਆ ਜਾ ਕਰਾਂਗੇ ਜੀ। ਤੁਸੀਂ ਕੁਝ ਕਹਿਣਾ ਚਾਹੁੰਦੇ? 2 ਸੈਕਿੰਡ। ਉਹੀ ਗੱਲ ਸੀਗੀ ਉਹ ਚਾਹਲ ਜੀ, ਜਿਹੜੀ ਤੁਸੀਂ ਕਹਿੰਦੇ ਨਾ ਵੀ ਤੁੱਕੇ ਜਾਂ ਕੁੱਤੇ ਹੁੰਦੇ ਆ ਜੀ, ਉਹ ਅਸਲ ਦੇ ਵਿੱਚ ਤੁੱਕੇ ਤੇ ਕੁੱਤੇ ਦਾ ਮਤਲਬ, ਉਹ ਤੁੱਕਾ ਹੁੰਦਾ ਕਿੱਕਰ ਨੂੰ ਲੱਗਦਾ ਹੈ, ਦਰਖਤ ਹੈ ਜਿਹੜਾ, ਹੈ ਨਾ, ਤੇ ਉਹਦੀ ਜਿਹੜੀ ਸ਼ੇਪ ਆ, ਉਹ ਤੁੱਕਿਆਂ ਦਾ ਅਚਾਰ ਵੀ ਹੁੰਦਾ ਸੀ ਪੁਰਾਣੇ ਜ਼ਮਾਨੇ ਦੇ ਵਿੱਚ, ਤੇ ਉਹਦੀ ਸ਼ੇਪ ਹੈ ਜਿਹੜੀ ਉਹਦੇ ਵਰਗੀ ਹੁੰਦੀ ਹੈ, ਤਾਂ ਕਰਕੇ ਲੋਕ ਹੁੰਦਾ। ਸੋ ਪਿਆਰੇ ਦਰਸ਼ਕੋ, ਬਹੁਤ ਮਿਹਰਬਾਨੀ ਤੁਹਾਡੀ ਵੀ ਬਹੁਤ। ਅਗਲੀ ਵਾਰ ਨੂੰ ਫਿਰ ਪ੍ਰੋਗਰਾਮ ਲੈ ਕੇ ਆਵਾਂਗੇ ਤੁਹਾਡੇ ਨਾਲ ਪੱਖ ਦੇ ਮਸਲੇ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ। ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫੀ ਚਾਹਾਂਗੇ। ਇਹ ਵਿਚਾਰ ਕਾਂਸ਼ੀ ਟੀਵੀ ਦੇ ਨਹੀਂ, ਸਾਡੇ ਆਪਣੇ ਨੇ। ਕਾਂਸ਼ੀ ਟੀਵੀ ਇਹਦੇ ਨਾਲ ਜ਼ਿੰਮੇਵਾਰ ਨਹੀਂਗਾ। ਬਹੁਤ ਮਿਹਰਬਾਨੀ। ਜੈ ਗੁਰਦੇਵ, ਜੈ ਭੀਮ। ਆਪਣਾ ਰੱਖਿਓ ਖਿਆਲ। ਮਿਲਦੇ ਹਾਂ ਅਗਲੀ ਵਾਰ।